ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਮਿਹਰ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ। ਬਲਹਿ ਚਲਨ ਸਬਲ ਮਲਨ ਭਗਤ ਫਲਨ। ਕਾਨ ਕੋਰ ਨੇਹ ਕਲੰਕ ਬਜੀ ਡੰਕ। ਚੜੂ ਦਲ ਅਰਵਿੰਦ ਜੀਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੀ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਭੱਟ ਗਯੰਦ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਏ ਸਵਈਏ ਮਹੱਲੇ ਚੌਥੇ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1403 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਭੱਟ ਜੀ ਨੇ ਜੋ ਸਾਡੇ ਸਾਹਮਣੇ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਉਹਨਾਂ ਫਿਰ ਉਸੇ ਲੜੀ ਦੇ ਅੰਦਰ ਇਹ ਸ਼ਬਦ ਪਰੋਏ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਕਰਦਿਆਂ, ਸਤਿਗੁਰੂ ਰਾਮਦਾਸ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਕੱਲ ਦੇ ਦੀਵਾਨਾਂ ਵਿੱਚ ਵੀ ਮੈਂ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਆਰੰਭਤਾ ਵਿੱਚ ਕਿ ਭੱਟ ਸਾਹਿਬਾਨਾਂ ਨੇ ਜ਼ਿਆਦਾਤਰ ਜਿਹੜੀਆਂ ਉਦਾਹਰਨਾਂ ਨੇ ਜਾਂ ਅਲੰਕਾਰ ਨੇ ਉਹ ਸਨਾਤਨ ਧਰਮ ਦੇ ਵਰਤੇ, ਪਰ ਉਹਨਾਂ ਅਲੰਕਾਰਾਂ ਨੂੰ, ਉਹਨਾਂ ਸ਼ਬਦਾਂ ਨੂੰ ਵਰਤਦਿਆਂ ਹੋਇਆਂ
ਭੱਟ ਜੀ ਸਾਨੂੰ ਸਮਝਾਉਣਾ ਇਹ ਚਾਹੁੰਦੇ ਨੇ, ਜਿਹੜੇ ਬਚਨ ਕਦੇ ਗੁਰੂ ਨਾਨਕ ਸਾਹਿਬ ਨੇ ਜਪਜੀ ਅੰਦਰ ਵਰਤੇ ਸਨ ਨਾ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਬਸ ਉਹ ਸਿਧਾਂਤ ਸਮਝਾਉਣਾ ਚਾਹੁੰਦੇ। ਗੁਰੂ ਨਾਨਕ ਸਾਹਿਬ ਨੇ ਉੱਥੇ ਜ਼ਿਕਰ ਕਰਦੇ ਆਖਿਆ ਸੀ ਵੀ ਮੇਰਾ ਗੁਰੂ ਹੀ ਮੇਰੇ ਲਈ ਈਸ਼ਵਰ ਹੈ, ਮੇਰਾ ਗੁਰੂ ਹੀ ਮੇਰੇ ਲਈ ਗੋਰਖ ਵੀ ਹੈ, ਤੇ ਮੇਰਾ ਗੁਰੂ ਹੀ ਮੇਰੇ ਲਈ ਬਰਮਾ ਵੀ ਹੈ। ਜਿੱਥੇ ਮੇਰਾ ਗੁਰੂ ਮੇਰੇ ਲਈ ਈਸ਼ਰ ਗੋਰਖ ਤੇ ਬਰਮਾ ਹੈ, ਉੱਥੇ ਮੇਰਾ ਗੁਰੂ ਹੀ ਮੇਰੇ ਵਾਸਤੇ ਪਾਰਬਤੀ ਮਾਈ ਵੀ ਹੈ। ਬਾਤ ਗੁਰੂ ਦੀ ਕੀਤੀ ਸਤਿਗੁਰੂ ਜੀ ਨੇ। ਔਰ ਅੱਜ ਜਿਹੜੇ ਭੱਟ ਸਾਹਿਬਾਨਾਂ ਨੇ ਲਫ਼ਜ਼ ਵਰਤੇ ਨੇ ਨਾ, ਇਹਨਾਂ ਦੇ ਵਿੱਚ ਵੀ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਸਾਹਿਬ ਦੀ ਵਡਿਆਈ ਹੀ ਕਰ ਰਹੇ ਨੇ, ਤੇ ਉਹਦੇ ਵਿੱਚ ਲਫ਼ਜ਼ ਉਹ ਇਸ ਤਰੀਕੇ ਨਾਲ ਵਰਤ ਰਹੇ ਨੇ, ਜੋ ਅਲੰਕਾਰ ਵਰਤ ਰਹੇ ਉਹ ਸਨਾਤਨ ਧਰਮ ਦੇ, ਮਤਲਬ ਉਹ ਇਹ ਕਹਿਣਾ ਚਾਹੁੰਦੇ ਵੀ ਲੋਕਾਂ ਲਈ ਜਾਂ ਸੰਸਾਰ ਦੇ ਲੋਕ ਇਹਨਾਂ ਸ਼ਖਸੀਅਤਾਂ ਦੀ, ਇਹਨਾਂ ਦੀ ਪੂਜਾ ਕਰਦੇ, ਇਹਨਾਂ ਨੂੰ ਸੇਵਦੇ ਨੇ, ਪਰ ਸਤਿਗੁਰੂ ਜੀ ਮੇਰੇ ਲਈ ਮੇਰੇ ਗੁਰੂ ਹੀ ਇਹ ਸਾਰੀਆਂ ਸ਼ਖਸੀਅਤਾਂ ਨੇ। ਸੰਸਾਰ ਦੇ ਲੋਕਾਂ ਨੇ ਕਿਸੇ ਹੋਰ ਨੂੰ ਪੂਜਿਆ, ਕਿਸੇ ਹੋਰ ਨੂੰ ਸੇਵਿਆ, ਪਰ ਮੈਂ ਆਪਣੇ ਗੁਰੂ ਨੂੰ ਹੀ ਪੂਜਦਾ, ਆਪਣੇ ਗੁਰੂ ਨੂੰ ਹੀ ਸੇਵਦਾ, ਮੇਰੇ ਲਈ ਮੇਰਾ ਗੁਰੂ ਹੀ ਇਹ ਸਾਰੇ ਅਵਤਾਰਾਂ ਦੇ ਰੂਪ ਵਿੱਚ ਹੈ। ਖੈਰ, ਤੇ ਭੱਟ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਸੱਚੇ ਗੁਰੂ ਸੱਚੇ ਗੁਰੂ ਸੱਚੇ ਗੁਰੂ ਗੋਬਿੰਦ ਜੀਓ ਪਰਮਾਤਮਾ ਸਰੂਪ ਨੇ, ਜਾਂ ਜਿਹੜਾ ਸਾਡਾ ਗੁਰੂ ਹੈ ਉਹ ਹਰੀ ਰੂਪ ਹੈ, ਪਰਮਾਤਮਾ ਦਾ ਸਰੂਪ ਹੈ, ਵੱਖਰਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਸ ਗੱਲ ਦੀ ਜਦੋਂ ਪ੍ਰੋੜਤਾ ਕੀਤੀ ਨਾ, ਤੇ ਗੁਰੂ ਸਾਹਿਬ ਨੇ ਇਸ ਢੰਗ ਦੇ ਨਾਲ ਸਾਨੂੰ ਬਖਸ਼ਿਸ਼ ਕਰਦੇ ਆ, ਉਪਦੇਸ਼ ਦਿੱਤੇ ਵੀ ਜਦੋਂ ਆਪਾਂ ਪਰਮੇਸ਼ਵਰ ਦੀ ਬਾਤ ਕਰਦੇ ਆ, ਰੱਬ ਦੀ ਬਾਤ ਕਰਦੇ ਆ, ਤੇ ਅਸੀਂ ਗੁਰੂ ਤੋਂ ਮੁਨਕਰ ਹੋ ਕੇ ਕਦੇ ਰੱਬ ਦੀ ਬਾਤ ਨਹੀਂ ਕਰ ਸਕਦੇ, ਜਾਂ ਗੁਰੂ ਦੀ ਬਾਤ ਕਰਨ ਲੱਗੇ ਆ, ਗੁਰੂ ਦੀਆਂ ਬਾਤਾਂ ਪਾਉਣ ਲੱਗੇ ਆ, ਅਸੀਂ ਰੱਬ ਤੋਂ ਮੁਨਕਰ ਹੋ ਕੇ ਕਦੇ ਗੁਰੂ ਦੀਆਂ ਬਾਤਾਂ ਨਹੀਂ ਪਾ ਸਕਦੇ। ਸਗੋਂ ਗੁਰਬਾਣੀ ਨੇ ਤੇ ਜਦੋਂ ਸਾਨੂੰ ਸਮਝਾਇਆ, ਸਤਿਗੁਰੂ ਨੇ ਤੇ ਬਾਣੀ ਰਾਹੀਂ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ, ਗੁਰੂ ਔਰ ਪਰਮੇਸ਼ਵਰ ਜਿਹੜਾ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜੇ ਅਸੀਂ ਇੱਕ ਸਿੱਕਾ ਹਾਸਲ ਕਰ ਰਹੇ ਹਾਂ, ਸੁਭਾਵਿਕ ਜਿਹੀ ਗੱਲ ਹੈ ਸਾਨੂੰ ਦੋਵੇਂ ਪਹਿਲੂ ਮਿਲਣਗੇ। ਜੇ ਅਸੀਂ ਕਹੀਏ ਵੀ ਮੈਨੂੰ ਇੱਕ ਪਾਸਾ ਚਾਹੀਦਾ, ਦੂਜਾ ਚਾਹੀਦਾ ਕੋਈ ਨਹੀਂ, ਤੇ ਉਹ ਸਿੱਕਾ ਹੋ ਸਕਦਾ ਹੈ। ਜੇ ਆਪਾਂ ਸੰਸਾਰਿਕ ਤੌਰ ਤੇ ਗੱਲ ਕਰਾਂਗੇ ਤੇ ਫਿਰ ਸੁਭਾਵਿਕ ਜਿਹੀ ਬਾਤ ਹੈ ਵੀ ਉਹ ਸਿੱਕਾ ਖੋਟਾ ਹੈ, ਜਿਹਦਾ ਇੱਕ ਪਾਸਾ ਹੈ ਤੇ ਦੂਜਾ ਹੈ ਕੋਈ ਨਹੀਂ, ਉਹਨੂੰ ਖੋਟਾ ਸਿੱਕਾ ਆਖਿਆ ਜਾਂਦਾ, ਚੱਲਣਾ ਕੋਈ ਨਹੀਂ। ਇਹ ਸਿਰਫ ਮੈਂ ਇੱਕ ਉਦਾਹਰਨ ਰੱਖ ਰਿਹਾ ਕਿ ਜਦੋਂ ਸਿੱਕੇ ਦੇ ਦੋਵੇਂ ਪਾਸੇ ਹੁੰਦੇ ਨੇ, ਉਦੋਂ ਉਹਨੂੰ ਖਰਾ ਸਮਝ ਕੇ ਤੇ ਉਦੋਂ ਹੀ ਉਹ ਜਿਹੜਾ ਚੱਲਦਾ, ਉਦੋਂ ਹੀ ਉਹ ਸਿੱਕਾ ਜਿਹੜਾ ਉਹਦੇ ਚੱਲਣ ਦੀ ਉਮੀਦ ਹੁੰਦੀ ਹੈ, ਭਾਈ ਇਹ ਖਰਾ ਹੈ, ਇਹ ਅਸਲੀ ਹੈ ਤੇ ਇਹ ਚੱਲ ਜਾਏਗਾ, ਕਿਉਂਕਿ ਦੋਵੇਂ ਪਹਿਲੂ ਨੇ, ਦੋਵੇਂ ਪਾਸੇ ਨੇ। ਪਰ ਜੇ ਸਿੱਕੇ ਦਾ ਇੱਕ ਪਾਸਾ ਹੋਵੇ ਤੇ ਦੂਜਾ ਪਲੇਨ ਕਰ ਦਿੱਤਾ ਜਾਏ, ਦੂਜਾ ਸਾਫ਼ ਕਰ ਦਿੱਤਾ ਜਾਏ, ਤੇ ਅਸੀਂ ਕਹੀਏ ਜੀ ਹੁਣ ਸਿੱਕਾ ਚੱਲੇਗਾ, ਤੇ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਸਿੱਕਾ ਚੱਲ ਜਾਏ। ਗੁਰੂ ਔਰ ਪਰਮੇਸ਼ਵਰ ਇਹ ਦੋਵੇਂ ਪਹਿਲੂ ਨੇ ਸਿਰਫ ਇੱਕੋ ਸਿੱਕੇ ਦੇ। ਜੀਵ ਇਹ ਕਵੇ ਕਿ ਮੈਨੂੰ ਗੁਰੂ ਤੇ ਮਿਲ ਜਾਏ, ਪਰ ਪਰਮੇਸ਼ਵਰ ਨਾ, ਮੈਂ ਪਰਮੇਸ਼ਵਰ ਕੋਲ ਨਹੀਂ ਜਾਣਾ ਚਾਹੁੰਦਾ, ਜਾਂ ਰੱਬ ਦੀ ਕਿਰਪਾ ਨਹੀਂ ਮੈਂ ਲੈਣੀ ਚਾਹੁੰਦਾ, ਬਸ ਗੁਰੂ ਮਿਲ ਜਾਏ। ਤੇ ਸਤਿਗੁਰੂ ਬਾਣੀ 'ਚ ਕਹਿੰਦੇ, ਸੱਜਣਾ ਜੇ ਗੁਰੂ ਹਾਸਲ ਕਰਨਾ ਤੇ ਰੱਬ ਦੀ ਕਿਰਪਾ ਤੋਂ ਮਿਲਣਾ ਕੋਈ ਨਹੀਂ। ਹੁਣ ਨਾਲ ਹੀ ਫਿਰ ਦੂਜਾ ਪਹਿਲੂ ਵੀ ਹੈ ਕਿ ਜੀਵ ਆਖੇ ਮੈਂ ਰੱਬ ਦੇ ਕੋਲ ਤੇ ਜਾਣਾ ਚਾਹੁੰਦਾ, ਰੱਬ ਦਾ ਮਿਲਾਪ ਤੇ ਮੈਂ ਚਾਹੁੰਦਾ, ਰੱਬ ਦਾ ਮੇਲ ਚਾਹੁੰਦਾ ਆ, ਪਰ ਗੁਰੂ ਦੀ ਕਿਰਪਾ ਨਹੀਂ ਮੈਂ ਲੋਚਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਚਾਹੀਦਾ ਮੈਨੂੰ ਪਰਮੇਸ਼ਵਰ। ਤੇ ਸਤਿਗੁਰੂ ਦੀ ਬਾਣੀ ਨੇ ਫਿਰ ਸਿੱਖਿਆ ਦਿੰਦਿਆਂ ਇਹੀ ਕਿਹਾ ਵੀ ਸੱਜਣਾ ਜੇ ਰੱਬ ਚਾਹੀਦਾ ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਮਤਲਬ ਇਹ ਹੈ
ਕਿ ਜਦੋਂ ਤੱਕ ਅਸੀਂ ਆਪਣੇ ਜੀਵਨ ਦੇ ਅੰਦਰ ਰੱਬ ਦੀਆਂ ਭਾਵੇਂ ਗੁਰੂ ਦੀਆਂ ਬਾਤਾਂ ਪਾਈਏ, ਅਸੀਂ ਦੋਵਾਂ ਪਹਿਲੂਆਂ ਦੀਆਂ ਹੀ ਬਾਤਾਂ ਪਾਵਾਂਗੇ। ਇੱਕ ਪਹਿਲੂ ਲੈ ਕੇ ਅਸੀਂ ਕਦੇ ਵਿਚਾਰ ਜਿਹੜੀ ਉਹ ਨਹੀਂ ਕਰ ਸਕਦੇ, ਕਿਉਂਕਿ ਰੱਬ ਗੁਰੂ ਰੂਪ ਹੈ ਤੇ ਗੁਰੂ ਰੱਬ ਰੂਪ ਹੈ, ਫਰਕ ਤੇ ਕੁਝ ਵੀ ਨਹੀਂ ਹੈ। ਜਿਹਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਵੀ ਪ੍ਰਗਟ ਕੀਤਾ, ਆਪਾਂ ਭੱਟ ਸਾਹਿਬਾਨਾਂ ਦੇ ਬੋਲਾਂ ਵਿੱਚ ਵੀ ਪੜ੍ਹ ਕੇ ਆ ਗਏ, ਵਿਚਾਰ ਕੇ ਵੀ ਆ ਗਏ, ਗੁਰਬਾਣੀ ਦੇ ਅੰਦਰ ਵੀ ਆਪਾਂ ਵਿਚਾਰ ਕੀਤੀ ਕਿ ਉਹ ਪਰਮੇਸ਼ਵਰ ਐਸਾ ਹੈ ਜਿਨੇ ਆਪ ਆਪਣੀ ਕਲਾ ਧਾਰ ਕੇ, ਆਪ ਆਪਣੀ ਸਤਾ ਧਾਰ ਕੇ ਜਗਤ ਦੇ ਅੰਦਰ ਉਹਨੇ ਅਵਤਾਰ ਧਾਰਨ ਕੀਤਾ। ਭੱਟ ਜੀ ਆਖਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਅਮਰਦਾਸ ਸਾਹਿਬ ਦੀ ਸ਼ੋਭਾ ਵਿੱਚ ਜ਼ਿਕਰ ਕੀਤਾ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਉਪਦੇਸ਼, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ, ਉਹਨਾਂ ਜ਼ਿਕਰ ਕਰਦਿਆਂ ਇਹ ਆਖਿਆ ਸੀ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਕਿਰਪਾ ਕਰਕੇ ਤੇ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਤੇ ਆਏ ਨੇ। ਗੁਰੂ ਜਿਹੜਾ ਹੈ ਨਾ, ਅਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬਚਨ ਆਪ ਦੀਆਂ ਰਸਨਾਵਾਂ ਤੇ ਰਹਿੰਦੇ, ਜਿੱਥੇ ਉਹ ਇਹ ਕਹਿ ਦਿੰਦੇ ਗੁਰ ਪਰਮੇਸ਼ਰ ਏਕੋ ਜਾਣ, ਭਾਈ ਇੱਕੋ ਹੈ, ਕੋਈ ਫਰਕ ਨਹੀਂ ਗੁਰੂ ਅਤੇ ਪਰਮੇਸ਼ਵਰ ਦੇ ਅੰਦਰ, ਕੋਈ ਭਿੰਨਤਾ ਨਹੀਂ, ਕੋਈ ਡਿਫਰੈਂਸ ਨਹੀਂ ਹੈ, ਅਲੱਗ-ਅਲੱਗ ਨਹੀਂ, ਦੋਵੇਂ ਸ਼ਖਸੀਅਤਾਂ ਇੱਕੋ ਹੀ ਹੈ। ਜੇ ਅਸੀਂ ਗੁਰੂ ਦੇ ਗੁਣ ਗਾ ਰਹੇ ਹਾਂ ਤੇ ਇਹਦਾ ਮਤਲਬ ਰੱਬ ਦੇ ਗੁਣ ਵੀ ਅਸੀਂ ਗਾਇਨ ਕਰ ਰਹੇ ਹਾਂ, ਤੇ ਜੇ ਰੱਬ ਦੇ ਗੁਣ ਗਾ ਰਹੇ ਹਾਂ ਇਹਦਾ ਮਤਲਬ ਅਸੀਂ ਗੁਰੂ ਨੂੰ ਚੇਤੇ ਕਰ ਰਹੇ ਹਾਂ, ਗੁਰੂ ਦੀ ਯਾਦ ਵਿੱਚ ਜੁੜੇ ਹਾਂ, ਮੁਨਕਰ ਨਹੀਂ ਹੋ ਸਕਦੇ ਅਸੀਂ। ਅੱਜ ਭੱਟ ਜੀ ਕਹਿੰਦੇ ਸਤਿਗੁਰੂ 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 ਗੋਬਿੰਦ ਜੀਓ, ਜਿਹੜੇ ਸੱਚੇ ਗੁਰੂ ਨੇ ਉਹ ਗੋਬਿੰਦ ਰੂਪ ਨੇ, ਭਾਵ ਜਿਹੜਾ ਗੁਰੂ ਹੈ ਉਹ ਹਰੀ ਦਾ ਰੂਪ ਹੈ। ਹਰੀ ਪਰਮੇਸ਼ਵਰ ਆਪ ਹੀ ਗੁਰੂ ਦੇ ਰੂਪ ਵਿੱਚ ਸੰਸਾਰ ਤੇ ਆਏ, ਗੁਰੂ ਦੇ ਰੂਪ ਵਿੱਚ ਸੰਸਾਰ ਤੇ ਅਵਤਾਰ ਧਾਰਨ ਕੀਤਾ। ਪਹਿਲੋਂ ਤੇ ਉਹਨਾਂ ਇਹ ਗੱਲ ਕੀਤੀ ਭੱਟ ਜੀ ਨੇ। ਫਿਰ ਦੂਜੇ ਨੰਬਰ ਤੇ ਕਹਿੰਦੇ ਬਲ ਹੈ ਛਲਨ। ਹੁਣ ਆਪ ਹੀ ਬਲ ਰਾਜੇ ਨੂੰ ਛਲਣ ਵਾਲੇ ਵੀ ਨੇ। ਬਲ ਰਾਜਾ ਜਿਹੜਾ ਹੈ, ਜਦੋਂ ਪੜੋਗੇ ਨਾ ਮਿਥਿਹਾਸ ਵਾਲੇ ਪਾਸੇ, ਤੇ ਮੰਨਿਆ ਜਾਂਦਾ ਕਿ ਇਹ ਭਗਤ ਪ੍ਰਹਿਲਾਦ ਜੀ ਦੇ ਘਰ ਦੇ ਵਿੱਚ ਪੋਤਰਾ ਹੈ। ਭਗਤ ਪ੍ਰਹਿਲਾਦ ਜੀ ਦਾ ਪੋਤਰ ਹੈ ਰਾਜਾ ਬਲ, ਜਿਹਨੂੰ ਆਪਣੇ ਰਾਜ ਭਾਗ ਦਾ, ਆਪਣੀ ਸਤਾ ਦਾ ਮਾਣ ਹੈ। ਹੁਣ ਉਹਨੂੰ ਛਲਣ ਵਾਸਤੇ 52 ਰੂਪ ਅਵਤਾਰ ਲੈ ਕੇ ਆਉਂਦੇ, ਜਿਵੇਂ ਮਿਥਿਹਾਸ ਨੇ ਆਖਿਆ। ਹੁਣ 52 ਰੂਪ ਦਾ ਅਵਤਾਰ ਲੈ ਕੇ ਆਏ ਤੇ ਆ ਕੇ ਉਹਨਾਂ ਗਾਉਣਾ ਸ਼ੁਰੂ ਕੀਤਾ, ਚਾਰੇ ਵੇਦਾਂ ਨੂੰ ਗਾਵਿਆ। ਭਾਈ ਗੁਰਦਾਸ ਜੀ ਦੀਆਂ ਕਿਤੇ ਰਚਨਾਵਾਂ ਪੜੋ, ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ। ਤੇ ਕਹਿੰਦੇ ਵੀ ਰਾਜੇ ਬਲ ਦੇ ਨਾ ਦਰਬਾਰ ਦੇ ਬਾਹਰ ਆ ਕੇ ਬੈਠਾ ਤੇ 52 ਰੂਪ, ਹੁਣ 52 ਰੂਪ ਧਾਰਨ ਕਰ ਲਿਆ, ਤੇ ਆ ਕੇ ਉਸ ਰੂਪ ਦੇ ਵਿੱਚ ਨਾ ਬਾਹਰ ਬਹਿ ਕੇ ਦਰਬਾਰ ਦੇ ਤੇ ਵੇਦਾਂ ਨੂੰ ਗਾਉਣਾ ਸ਼ੁਰੂ ਕਰ ਲਿਆ। ਜਦੋਂ ਵੇਦਾਂ ਨੂੰ ਗਾਵਿਆ ਤੇ ਇੱਕ ਸ਼ਖਸ ਗਿਆ ਚੱਲ ਕੇ ਤੇ ਉਹਨੇ ਰਾਜੇ ਨੂੰ ਆਖਿਆ, ਜੀ ਬਾਹਰ ਇੱਕ ਬੜੇ ਨਿੱਕੇ ਜਿਹੇ ਆਕਾਰ ਦਾ ਮਨੁੱਖ ਚੱਲ ਕੇ ਆਇਆ, ਪਰ ਉਹ ਚਾਰੇ ਵੇਦ ਕੰਠ ਕਰਕੇ ਬੈਠਾ ਹੈ, ਉਹ ਗਾਇਨ ਕਰ ਰਿਹਾ ਹੈ। ਰਾਜੇ ਬਲ ਨੇ ਕਿਹਾ ਵੀ ਉਹਨੂੰ ਅੰਦਰ ਸੱਦੋ। ਅੰਦਰ ਆ ਗਿਆ ਤੇ ਰਾਜਾ ਕਹਿੰਦਾ ਵੀ ਮੰਗ ਭਾਈ, ਕੀ ਮੰਗਦਾ ਹੈ? ਅੱਗੋਂ ਰਾਜੇ ਦੇ ਇੱਕ ਸਲਾਹਕਾਰ ਨੇ, ਸੂਝਵਾਨ ਤੇ ਸਿਆਣੇ ਬੰਦੇ ਨੇ ਨਾ, ਰਾਜੇ ਨੂੰ ਸਲਾਹ ਵੀ ਦਿੱਤੀ ਸੀ, ਰਾਜਨ ਇਹ ਤੈਨੂੰ ਕੋਈ ਛਲਣ ਵਾਲਾ ਹੈ, ਤੂੰ ਇਹਨੂੰ ਛਲਣ ਦੀ ਕੋਸ਼ਿਸ਼ ਕਰ ਰਿਹਾ, ਇਹਨੇ ਤੈਨੂੰ ਛਲ ਜਾਣਾ ਹੈ। ਪਰ ਰਾਜਾ ਨਹੀਂ ਮੰਨਿਆ ਉਹਦੀ ਬਾਤ ਨੂੰ। ਜੋ ਖੇਡ ਵਾਪਰੀ, ਜੋ ਕਲਾ ਵਰਤੀ ਉਸ ਜਗ੍ਹਾ ਦੇ ਉੱਤੇ, ਜੋ ਮੰਨਿਆ ਜਾਂਦਾ, ਜੋ ਮਿਥਿਹਾਸ ਆਖਦਾ ਵੀ ਉਸ ਵਕਤ ਫਿਰ ਕੀ ਹੋਇਆ। ਰਾਜਾ ਕਹਿੰਦਾ ਵੀ ਤੁਸੀਂ ਮੰਗੋ, ਕੀ ਮੰਗਦੇ ਹੋ? ਤੇ ਉਹ ਕਹਿੰਦਾ ਵੀ ਮੈਨੂੰ 2.5 ਕਰਮਾਂ ਧਰਤੀ ਚਾਹੀਦੀ ਹੈ। ਜਦੋਂ 2.5 ਕਰਮਾਂ ਦੀ ਧਰਤੀ ਦੀ ਬਾਤ ਆਈ ਤੇ ਉਸ ਵਕਤ ਕੀ ਹੁੰਦਾ ਹੈ ਵੀ ਉਹਨੇ ਕਿਹਾ ਜੀ ਮੈਂ ਤੁਹਾਨੂੰ 2.5 ਕਰਮਾਂ ਧਰਤੀ ਦਿੱਤੀ। ਹੁਣ ਉਹਨੇ 2 ਕਦਮਾਂ ਦੇ ਵਿੱਚ ਤੇ 2 ਕਰਮਾਂ ਦੇ ਵਿੱਚ ਤੇ ਉਹਨੇ ਤਿੰਨੇ ਲੋਕ ਜਿਹੜੇ ਉਹਨਾਂ ਨੂੰ ਮਿਲ ਲਿਆ। ਜਦੋਂ ਅੱਧੇ ਕਦਮ ਦੀ ਬਾਤ ਆਈ ਤੇ ਫਿਰ ਰਾਜਾ ਬਲ ਕਹਿੰਦਾ ਵੀ ਹੁਣ ਤੁਸੀਂ ਮੇਰੇ ਸਿਰ ਉੱਤੇ ਆਪਣਾ ਜਿਹੜਾ ਅੱਧਾ ਕਦਮ ਹੈ ਉਹ ਮੇਰੇ ਸਿਰ ਤੇ ਰੱਖ ਲਓ। ਏਦਾਂ ਉਹ ਕਹਿੰਦੇ ਪਾਤਾਲ ਵਿੱਚ ਜਾਂਦਾ
ਰਾਜਾ ਬਲ ਜਿਹੜਾ ਪਾਤਾਲ ਵਿੱਚ ਚਲੇ ਜਾਂਦਾ, ਪਾਤਾਲ ਵਿੱਚ ਰਹਿਣ ਲੱਗ ਜਾਂਦਾ ਹੈ। ਹੁਣ ਉਹ ਪਾਤਾਲ ਵਿੱਚ ਰਹਿਣ ਲੱਗਦਾ ਹੈ, 52 ਰੂਪ ਉੱਥੇ ਜਾ ਕੇ ਹੁਣ ਜਦੋਂ ਜਾਣ ਲੱਗਦਾ ਬਲੀ ਫਿਰ ਆਵਾਜ਼ ਮਾਰਦਾ, ਰਾਜਾ ਬਲ ਜਿਹੜਾ ਉਹ ਆਵਾਜ਼ ਮਾਰਦਾ, ਆਵਾਜ਼ ਮਾਰ ਕੇ ਕਹਿੰਦਾ ਵੀ ਆਪਣੇ ਬਚਨ ਵੀ ਪੁਗਾ ਕੇ ਜਾਓ, ਵੀ ਤੁਸੀਂ ਕਿਹਾ ਸੀ ਮੈਂ ਹਮੇਸ਼ਾ ਤੇਰੇ ਦਰ ਦੇ ਬਾਹਰ ਬੈਠਾ ਰਵਾਂਗਾ, ਤੇ ਹੁਣ ਮੇਰੇ ਦਰ ਦੇ ਬਾਹਰ ਤੁਹਾਨੂੰ ਬੈਠਣਾ ਵੀ ਪਏਗਾ। ਮੈਂ ਪਾਤਾਲ ਵਿੱਚ ਆ ਪਰ ਤੁਹਾਨੂੰ ਮੇਰੇ ਦਰਵਾਜ਼ੇ ਦੇ ਬਾਹਰ। ਇਹ ਪੱਖ ਮੈਂ ਤਾਂ ਰੱਖਿਆ ਕਿ ਭੱਟ ਗਯੰਦ ਜੀ ਕਹਿ ਰਹੇ ਰੱਬ ਜੀ ਜੇ ਰਾਜੇ ਬਲ ਨੂੰ ਛਲਣ ਵਾਲਾ ਵੀ ਰੂਪ ਧਾਰਨ ਕੀਤਾ ਤੇ ਉਹ ਤੁਸੀਂ ਧਾਰਨ ਕੀਤਾ। ਤੇ ਇੱਥੇ ਭੱਟ ਜੀ ਨੇ ਜਿਹੜਾ ਲਫ਼ਜ਼ ਵਰਤਿਆ ਗੁਰੂ ਰਾਮਦਾਸ ਸਾਹਿਬ ਲਈ, ਗੁਰੂ ਰਾਮਦਾਸ ਸਾਹਿਬ ਜੀ ਜਦੋਂ ਰਾਜਾ ਬਲ ਛਲਿਆ ਜਾ ਰਿਹਾ ਹੈ ਨਾ ਆਪਣੇ ਕਰਮ ਆਪਣੀ ਮੱਤ ਕਰਕੇ, ਤੇ ਸਤਿਗੁਰੂ ਉਹ ਜਿਹੜਾ ਅਵਤਾਰ ਸੀ ਨਾ ਉਹ ਅਵਤਾਰ ਵੀ ਤੁਹਾਡਾ ਹੀ ਹੈ, ਤੁਹਾਡੇ ਤੋਂ ਬਿਨਾਂ ਨਹੀਂ। ਰਾਜਾ ਬਲ ਨੂੰ ਛਲਣ ਵਾਲਾ ਅਵਤਾਰ ਵੀ ਤੁਹਾਡਾ। ਮਤਲਬ ਭੱਟ ਗਯੰਦ ਜੀ ਸਾਬਤ ਇਹ ਕਰਨਾ ਚਾਹੁੰਦੇ ਨੇ ਕਿ ਸੰਸਾਰ ਤੇ ਰੱਬ ਦੇ ਜਿਤਨੇ ਵੀ ਅਵਤਾਰ ਮੰਨੇ ਗਏ ਜਾਂ ਸੰਸਾਰ ਤੇ ਜਿਤਨੇ ਵੀ ਰੱਬ ਦੇ ਅਵਤਾਰਾਂ ਨੂੰ ਪੂਜਿਆ ਗਿਆ, ਰੱਬ ਦੇ ਅਵਤਾਰਾਂ ਨੂੰ ਮੰਨਿਆ ਗਿਆ, ਤੇ ਉਹ ਸਾਰੇ ਦੇ ਸਾਰੇ ਅਵਤਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਹੀ ਨੇ, ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ। ਸਾਰੇ ਦੇ ਸਾਰੇ ਅਵਤਾਰ ਤੁਸੀਂ ਆਪ ਹੀ ਧਾਰਨ ਕੀਤੇ, ਆਪ ਹੀ ਧਾਰ ਕੇ, ਤੇ ਜਿਨ੍ਹਾਂ ਨੂੰ ਤੁਸੀਂ ਸਿੱਖਿਆ ਦਿੱਤੀ, ਜਿਨ੍ਹਾਂ ਨੂੰ ਸਿੱਧੇ ਰਸਤੇ ਤੇ ਪਾਇਆ, ਜਾਂ ਜਿਨ੍ਹਾਂ ਦੇ ਅਸਲ ਦੇ ਅੰਦਰ ਜਿਨ੍ਹਾਂ ਤੋਂ ਸੰਸਾਰ ਨੂੰ ਲੋਕਾਈ ਨੂੰ ਤੁਸੀਂ ਬਚਾਇਆ, ਉਹ ਆਪ ਹੀ ਕਿਰਪਾ ਕਰਕੇ ਤੁਸੀਂ ਆਪਣੇ ਸੇਵਕਾਂ ਨੂੰ, ਆਪਣੇ ਭਗਤਾਂ ਨੂੰ ਉਹਨਾਂ ਦੀ ਰਾਖੀ ਕਰਨ ਦੇ ਲਈ ਹਰ ਇੱਕ ਦੁੱਖ ਤੇ ਹਰ ਇੱਕ ਤਕਲੀਫ ਦੇ ਵਿੱਚੋਂ ਤੁਸੀਂ ਕੱਢਦੇ ਰਹੇ ਹੋ। ਹੰਕਾਰੀਆਂ ਦਾ ਹੰਕਾਰ ਤੋੜਦੇ ਰਹੇ ਹੋ, ਬਲ ਵਾਲਿਆਂ ਦਾ ਤੁਸੀਂ ਬਲ ਨਾਸ਼ ਕਰਦੇ ਰਹੇ ਹੋ। ਤੇ ਜੇ ਕੋਈ ਆਪਣੇ ਰਾਜ ਭਾਗ ਦੀ ਸਤਾ ਦਾ ਹੰਕਾਰ ਕਰਕੇ ਬੈਠਾ ਹੈ ਤੇ ਤੁਸੀਂ ਉਹਦੀ ਸਤਾ, ਉਹਦੇ ਰਾਜ ਭਾਗ ਦਾ ਹੰਕਾਰ ਤੁਸੀਂ ਤੋੜਦੇ ਰਹੇ ਹੋ। ਤੇ ਮਾਲਕ ਜੀ ਸਭ ਤੋਂ ਪਹਿਲਾਂ ਜਿਹੜੀ ਬਾਤ ਹੈ, ਕਹਿੰਦੇ ਸਤਿਗੁਰੂ ਬਲ ਹੈ ਛਲਣ, ਤੁਸੀਂ ਰਾਜੇ ਬਲ ਨੂੰ ਵੀ ਛਲਣ ਵਾਲੇ ਹੋ। ਸਬਲ ਮਲਨ, ਸਬਲ ਮਤਲਬ ਜਿਹੜੇ ਬਲ ਸਹਿਤ ਨੇ, ਜਿਹੜੇ ਬੜੇ ਤਾਕਤਵਰ ਨੇ, ਆਪਣੇ ਆਪ ਨੂੰ ਅਖਵਾਉਂਦੇ। ਕਹਿੰਦੇ ਤੁਸੀਂ ਬਲ ਵਾਲਿਆਂ ਨੂੰ ਬਲ ਦੇਣ ਵਾਲੇ ਵੀ ਹੋ, ਬਲ ਬਖਸ਼ਿਸ਼ ਕਰਦੇ ਹੋ। ਜਿਨ੍ਹਾਂ ਕੋਲ ਬਲ ਹੈ ਉਹਨਾਂ ਨੂੰ ਤਾਕਤ ਤੁਸੀਂ ਦੇ ਰਹੇ ਹੋ। ਤੁਹਾਡੀ ਤਾਕਤ ਤੋਂ ਬਿਨਾ ਉਹਨਾਂ ਕੋਲ ਕੋਈ ਬਲ ਨਹੀਂ, ਤੁਹਾਡੇ ਤਾਣ ਤੋਂ ਬਿਨਾ ਉਹਨਾਂ ਕੋਲ ਕੋਈ ਤਾਣ ਨਹੀਂ ਹੈ। ਵੇਖੋ ਗੁਰੂ ਨਾਨਕ ਸਾਹਿਬ ਨੇ ਤੇ ਇੱਥੋਂ ਤੱਕ ਵੀ ਲਫ਼ਜ਼ ਵਰਤੇ ਸੀ ਨਾ ਵੀ ਰੱਬ ਜੀ ਜੇ ਕੋਈ ਤੁਹਾਨੂੰ ਗਾ ਰਿਹਾ ਹੈ ਤੇ ਉਹ ਗਾਉਣ ਦਾ ਬਲ ਉਹਦੇ ਕੋਲ ਹੈ, ਪਰ ਉਹ ਬਲ ਵੀ ਤੁਹਾਡਾ ਦਿੱਤਾ ਹੋਇਆ ਹੈ। ਉਹ ਤੁਹਾਡੇ ਦਿੱਤੇ ਬਲ ਦੇ ਨਾਲ ਤੁਹਾਡੇ ਬਲ ਨੂੰ, ਤੁਹਾਡੇ ਤਾਣ ਨੂੰ ਗਾ ਰਿਹਾ, ਤੁਹਾਡੇ ਤਾਣ ਨੂੰ ਗਾਉਣ ਦੀ ਕੋਸ਼ਿਸ਼ ਕਰ ਰਿਹਾ। ਜਪਜੀ ਚ ਆਪਾਂ ਪੜ੍ਹ ਕੇ ਆਏ, ਗਾਵੇ ਕੋ ਤਾਣ ਹੋਵੇ ਕਿ ਸ਼ੈਤਾਨ। ਜਿਹੜਾ ਕੋਈ ਰੱਬ ਦੇ ਬਲ ਨੂੰ ਗਾਉਂਦਾ ਹੈ ਉਹ ਰੱਬ ਦੇ ਬਲ ਨੂੰ, ਤਾਣ ਨੂੰ ਗਾਉਣ ਵਾਲਾ ਰੱਬ ਦੇ ਦਿੱਤੇ ਤਾਣ ਨਾਲ ਹੀ ਗਾ ਰਿਹਾ। ਜੇ ਰੱਬ ਤਾਣ ਨਾ ਦੇਵੇ, ਰੱਬ ਬਲ ਨਾ ਦੇਵੇ, ਜੀਵ ਗਾ ਨਹੀਂ ਸਕਦਾ। ਕਿਵੇਂ ਗਾ ਜਾਏਗਾ? ਹੁਣ ਜੇ ਸਰੀਰਕ ਬਲ ਦੀ ਗੱਲ ਕਰਾਂਗੇ, ਸੰਸਾਰਕ ਬਲ ਦੀ ਗੱਲ ਕਰਾਂਗੇ, ਜਾਂ ਕਿਸੇ ਤਰ੍ਹਾਂ ਦਾ ਵੀ ਜ਼ੋਰ, ਕਿਸੇ ਤਰ੍ਹਾਂ ਦੀ ਵੀ ਤਾਕਤ ਦੀ ਬਾਤ ਕਰਾਂਗੇ, ਤੇ ਉਹ ਤਾਕਤ ਜੇ ਰੱਬ ਦਿੰਦਾ ਹੈ ਤੇ ਸਾਨੂੰ ਉਹ ਬਲ ਮਿਲਦਾ ਨਾ। ਜੇ ਰੱਬ ਬਲ ਦੇਵੇ ਹੀ ਨਾ ਤੇ ਸਾਨੂੰ ਤਾਕਤ ਮਿਲੇ ਕਿੱਥੋਂ? ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਸਾਰਿਆਂ ਨੂੰ ਬਲ ਦੇਣ ਵਾਲੇ ਹੋ। ਰਾਜੇ ਬਲ ਨੂੰ ਛਲਣ ਵਾਲਾ ਅਵਤਾਰ ਜਿਹੜਾ 52 ਰੂਪ ਧਾਰਨ ਕੀਤਾ ਉਹ ਵੀ ਤੁਹਾਡਾ। ਤੇ ਜੇ ਜੀਵਾਂ ਦੀ ਆ ਕੇ ਤੁਸੀਂ ਰੱਖਿਆ ਕੀਤੀ, ਜੀਵਾਂ ਨੂੰ ਬਲ ਦਿੱਤਾ, ਤੇ ਸਤਿਗੁਰੂ ਉਹ ਵੀ ਤੁਸੀਂ ਦੇ ਰਹੇ ਹੋ। ਤੇ ਫਿਰ ਭਗਤ ਫਲਨ, ਆਪਣੇ ਭਗਤਾਂ ਦੇ ਹਰ ਇੱਕ ਭਾਵਨਾ ਨੂੰ, ਆਪਣੇ ਭਗਤਾਂ ਦੀ ਹਰ ਇੱਕ ਇੱਛਾ ਨੂੰ, ਜਾਂ ਭਗਤੀ ਦਾ ਫਲ ਦੇਣ ਵਾਲੇ ਵੀ ਤੁਸੀਂ ਹੋ। ਤੁਸੀਂ ਭਗਤ ਵਛਲ ਹੋ, ਜਿਹੜਾ ਕਿਤੇ ਭਗਤੀ ਕਰਦਾ ਤੁਸੀਂ ਭਗਤੀ ਨੂੰ ਪ੍ਰੇਮ ਕਰਨ ਵਾਲੇ ਹੋ। ਜਿਹੜਾ ਪ੍ਰੇਮਾ ਭਗਤੀ ਵਿੱਚ ਜੁੜਦਾ, ਸਤਿਗੁਰੂ ਪਾਤਸ਼ਾਹ ਤੁਸੀਂ ਉਹਨੂੰ ਫਲ ਦੇਣ ਵਾਲੇ ਹੋ। ਤੁਸੀਂ ਆਪ ਕਿਰਪਾ ਕਰਕੇ ਉਹਦੀ ਝੋਲੀ ਵੀ ਭਰਦੇ ਹੋ। ਧੰਨ ਗੁਰੂ ਰਾਮਦਾਸ ਪਾਤਸ਼ਾਹ। ਕਾਨ ਕੁੰਵਰ, ਹੁਣ ਇਹ ਲਫ਼ਜ਼ ਵਰਤਿਆ ਗਿਆ ਕਾਨ ਕੁਮਾਰ ਦੇ ਲਈ। ਕਹਿੰਦੇ ਰਾਮਦਾਸ ਪਾਤਸ਼ਾਹ ਜੀ ਉਹ ਵੀ ਤੁਸੀਂ ਹੋ, ਤੁਹਾਡੇ ਉਹ ਵੀ ਤੁਹਾਡਾ ਹੀ ਰੂਪ ਹੈ, ਉਹ ਵੀ ਤੁਹਾਡਾ ਹੀ ਅਵਤਾਰ ਹੈ। ਨਿਹ ਕਲੰਕ ਬਜੀ ਡੰਕ, ਤੇ ਫਿਰ ਨਿਹ ਕਲੰਕ ਦੇ ਅਰਥ ਜਿਹੜੇ ਨਾ
ਇਹਨੂੰ ਦੋ ਰੂਪ ਵਿੱਚ ਜਿਹੜਾ ਉਹ ਅਰਥ ਕੀਤੇ ਗਏ, ਨਿਹ ਕਲੰਕ ਇੱਕ ਤੇ ਕਲੰਕ ਤੋਂ ਰਹਿਤ। ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡਾ ਜਿਹੜਾ ਰੂਪ ਹੈ ਉਹ ਕਲੰਕ ਤੋਂ ਰਹਿਤ ਹੈ। ਤੇ ਜਿਹੜੇ ਰੱਬ ਦੇ ਅਵਤਾਰ ਮੰਨੇ ਗਏ ਨਾ, ਉਹਨਾਂ ਅਵਤਾਰਾਂ ਦੇ ਵਿੱਚ ਇੱਕ ਅਵਤਾਰ ਕਲੰਕੀ ਅਵਤਾਰ ਵੀ ਹੈ। ਗੁਰੂ ਰਾਮਦਾਸ ਪਾਤਸ਼ਾਹ ਉਹ ਅਵਤਾਰ ਵੀ ਤੁਹਾਡਾ। ਬਜੀ ਡੰਕ, ਤੇ ਤੁਹਾਡੇ ਨਾਮ ਦਾ ਜਿਹੜਾ ਡੰਕ ਹੈ ਉਹ ਵੱਜ ਰਿਹਾ, ਤੁਹਾਡੇ ਨਾਮ ਦਾ ਨਿਸ਼ਾਨ ਹਰ ਵਕਤ ਵੱਜ ਰਿਹਾ। ਜਿੱਥੇ ਤੁਹਾਡੇ ਨਾਮ ਦਾ ਨਿਸ਼ਾਨ, ਤੁਹਾਡੇ ਨਾਮ ਦਾ ਡੰਕ ਜਿਹੜਾ ਉਹ ਵੱਜ ਰਿਹਾ ਨਾ, ਉੱਥੇ ਨਾਲ ਹੀ ਚੜ ਦਲ ਰਵਿੰਦ ਜੀਓ। ਸਤਿਗੁਰੂ ਸੂਰਜ ਦਾ ਚਾਹੇ ਦਲ ਹੈ ਤੇ ਚਾਹੇ ਚੰਦਰਮਾ ਦਾ ਦਲ ਹੈ, ਉਹ ਵੀ ਆਪ ਜੀ ਦੀ ਕਿਰਪਾ, ਆਪ ਜੀ ਦੀ ਛਤਰ ਛਾਇਆ, ਆਪ ਜੀ ਦੇ ਡੰਕ ਹੇਠਾਂ ਹੀ ਚੜ ਰਿਹਾ ਹੈ, ਆਪ ਜੀ ਦੇ ਬਲ ਹੇਠਾਂ ਹੀ ਚੜ ਰਿਹਾ ਹੈ, ਉਹ ਆਪਣੀ ਮਰਜ਼ੀ ਨਾਲ ਨਹੀਂ। ਮਤਲਬ ਇਹ ਹੈ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਜੋ ਭੱਟ ਜੀ ਕਹਿ ਰਹੇ ਨਾ, ਗੁਰੂ ਕਲਗੀਧਰ ਸਾਹਿਬ ਨੂੰ ਕਿਤੇ ਪੜੋ। ਸਤਿਗੁਰੂ ਨੇ ਜ਼ਿਕਰ ਕਰਦੇ ਆਖਿਆ, ਕਹਿੰਦੇ ਮੱਛ ਕੱਛ ਬਰਾਹ ਤੂੰ। ਰੱਬ ਜੀ ਜਦੋਂ ਮੈਂ ਤੇਰੇ ਅਵਤਾਰਾਂ ਵੱਲ ਵੇਖਿਆ ਜਾਂ ਤੇਰੇ ਵੱਲ ਝਾਤ ਮਾਰੀ ਨਾ, ਮੱਛ ਅਵਤਾਰ ਧਾਰਨ ਕੀਤਾ ਉਹ ਵੀ ਤੁਸੀਂ, ਕੱਛ ਅਵਤਾਰ ਧਾਰਨ ਕੀਤਾ ਉਹ ਵੀ ਤੁਸੀਂ, ਬਰਾਹ ਅਵਤਾਰ ਸ਼ੂਕਰ ਅਵਤਾਰ ਧਾਰਨ ਕੀਤਾ ਉਹ ਵੀ ਤੁਸੀਂ। ਤੂੰ ਹੀ ਜਗਤ ਕੋ, ਤੁਸੀਂ ਸਾਰੇ ਦੇ ਸਾਰੇ ਜਗਤ ਦੇ ਅਵਤਾਰ ਹੋ। ਤੁਮ 52 ਅਵਤਾਰ, 52 ਰੂਪ ਜਿਹੜਾ ਤੁਸੀਂ ਧਾਰਨ ਕੀਤਾ ਨਾ, 52 ਰੂਪ ਜਿਹੜਾ ਧਾਰਨ ਕੀਤਾ ਉਹ ਵੀ ਤੁਹਾਡਾ ਹੀ ਅਵਤਾਰ। ਮੱਛ ਕੱਛ ਬਰਾਹ ਤੁਮ 52 ਅਵਤਾਰ, ਤੁਸੀਂ ਹੀ 52 ਅਵਤਾਰ ਹੋ। ਉਹ ਤੋਂ ਬਾਅਦ ਚ ਨਾਰ ਸਿੰਘ ਬੌਧਾ ਤੋਂ ਹੀ, ਕਹਿੰਦੇ ਨਾਰ ਸਿੰਘ ਨੂੰ ਨਾਰ ਸਿੰਘ ਦੇ ਰੂਪ ਵਿੱਚ ਆ ਕਰਕੇ, ਨਰ ਸਿੰਘ ਦੇ ਰੂਪ ਵਿੱਚ ਅਵਤਾਰ ਲੈ ਕਰਕੇ ਹਰਨਾਕਸ਼ ਦਾ ਵੱਧ ਕਰਨ ਵਾਲੇ ਵੀ ਤੁਸੀਂ। ਤੁਮ ਜਗਤ ਕੋ ਸਾਰ, ਗੁਰੂ ਸਾਹਿਬ ਰੱਬ ਦੀ ਸ਼ੋਭਾ ਕਰਦੇ ਆਖਦੇ, ਰੱਬ ਜੀ ਤੁਸੀਂ ਹੀ ਸਾਰੇ ਜਗਤ ਦੇ ਸਾਰ ਹੋ, ਸਾਰੇ ਜਗਤ ਦਾ ਮੁੱਢ, ਜਗਤ ਦਾ ਮੂਲ ਤੁਸੀਂ ਹੋ। ਫਿਰ ਕਹਿੰਦੇ ਤੁਮ ਰਾਮ ਸ਼੍ਰੀ ਕ੍ਰਿਸ਼ਨ ਤੁਮ, ਤੂੰ ਹੀ ਵਿਸ਼ਨ ਰੂਪ, ਤੂੰ ਹੀ ਰਾਮ ਜੀ ਦੇ ਰੂਪ ਵਿੱਚ ਵੀ ਤੁਸੀਂ, ਕ੍ਰਿਸ਼ਨ ਜੀ ਦੇ ਰੂਪ ਵਿੱਚ ਵੀ ਤੁਸੀਂ, ਵਿਸ਼ਨੂੰ ਜੀ ਦੇ ਰੂਪ ਵਿੱਚ ਵੀ ਤੁਸੀਂ। ਬਾਤ ਤੇ ਰੱਬ ਦੀ ਹੈ ਨਾ, ਰੱਬ ਤੋਂ ਅਲੱਗਾ ਨਹੀਂ, ਰੱਬ ਤੋਂ ਬਿਨਾਂ ਨਹੀਂ, ਰੱਬ ਤੋਂ ਛੁੱਟ ਨਹੀਂ ਕੁਝ। ਤੇ ਰੱਬ ਜੀ ਜਦੋਂ ਮੈਂ ਝਾਤ ਮਾਰੀ ਨਾ ਤੁਹਾਡੇ ਵੱਲ, ਫਿਰ ਸਾਰੇ ਸੰਸਾਰ ਨੂੰ ਵੇਖਿਆ। ਤੁਮੀ ਪ੍ਰਜਾ ਸਭ ਜਗਤ ਕੀ, ਸਾਰੀ ਜਗਤ ਦੀ ਜਿਹੜੀ ਪ੍ਰਜਾ ਹੈ ਉਹ ਵੀ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਤੇ ਹੈ ਹੀ ਕੋਈ ਨਹੀਂ। ਜਿੰਨੇ ਜੀਵ ਨਜ਼ਰ ਆ ਰਹੇ ਨੇ ਸਾਰੀ ਦੀ ਸਾਰੀ ਪ੍ਰਜਾ ਤੁਹਾਡੀ ਹੈ, ਤੁਹਾਡੇ ਤੋਂ ਬਿਨਾਂ ਤੇ ਕੋਈ ਵੀ ਨਹੀਂ ਹੈ। ਤੁਮ ਆਪੇ ਹੀ ਰੂਪ, ਤੁਹਾਡਾ ਆਪਣਾ ਹੀ ਰੂਪ ਹੈ। ਜਿਸ ਪਾਸੇ ਅਸੀਂ ਮਰਜ਼ੀ ਝਾਤ ਮਾਰ ਲਈਏ, ਜਿਸ ਪਾਸੇ ਅਸੀਂ ਮਰਜ਼ੀ ਵੇਖ ਲਈਏ, ਸਤਿਗੁਰੂ ਹਰ ਇੱਕ ਰੂਪ ਵਿੱਚ ਪਰਮੇਸ਼ਵਰ ਜੀ ਤੁਸੀਂ ਆਪ ਬੈਠੇ ਹੋ, ਤੁਹਾਡੇ ਤੋਂ ਬਿਨਾਂ ਕੋਈ ਰੂਪ ਨਹੀਂ ਹੈ। ਜੇ ਇਹ ਕਹਿ ਲਈਏ ਨਾ, ਇਹ ਸ਼ਬਦ ਮੈਂ ਵਰਤ ਲਵਾਂ ਤੇ ਕੋਈ ਅਤਕਥਨੀ ਨਹੀਂ, ਕਿ ਰੱਬ ਕਰਕੇ ਹੀ ਸਾਰੇ ਰੂਪ ਨੇ। ਜੇ ਰੱਬ ਨਾ ਬਣਾਵੇ ਤੇ ਕਿਸੇ ਰੂਪ ਦੀ ਹੋਂਦ ਨਹੀਂ ਹੋ ਸਕਦੀ। ਰੱਬ ਬਚਾ ਰਿਹਾ, ਰੱਬ ਰੱਖ ਰਿਹਾ, ਰੱਬ ਬਣਾ ਰਿਹਾ, ਰੂਪ ਬਣ ਰਹੇ। ਰੱਬ ਬਣਾ ਰਿਹਾ, ਸੰਸਾਰ ਦੀ ਘਾੜਤ ਬਣ ਰਹੀ ਹੈ। ਰੱਬ ਘੜ ਰਿਹਾ, ਸੰਸਾਰ ਦੀ ਘਾੜਤ ਘੜੀ ਜਾ ਰਹੀ ਹੈ। ਰੱਬ ਨਾਸ਼ ਕਰ ਰਿਹਾ, ਜੀਵ ਨਾਸ਼ ਹੁੰਦੇ ਜਾ ਰਹੇ ਨੇ। ਜਿਸ ਢੰਗ ਦੇ ਨਾਲ ਰੱਬ ਕੌਤਕ ਵਰਤਾਉਂਦਾ, ਉਸ ਢੰਗ ਨਾਲ, ਉਸ ਤਰੀਕੇ ਨਾਲ ਕੌਤਕ ਵਰਤ ਰਹੇ ਨੇ। ਰੱਬ ਤੋਂ ਬਿਨਾਂ ਕੋਈ ਕਿਸੇ ਪ੍ਰਕਾਰ ਦਾ ਕੌਤਕ ਨਹੀਂ ਜੇ ਵਰਤ ਸਕਦਾ। ਸਾਡੇ ਸਾਰੇ ਦੀ, ਜੇ ਅਸੀਂ ਆਪਣੇ ਵੀ ਜੀਵਨਾਂ ਦੀ ਗੱਲ ਕਰ ਲਈਏ ਨਾ, ਤੇ ਸਾਡੇ ਜੀਵਨਾਂ ਦੀ ਹੋਂਦ ਇਸ ਗੱਲ ਦਾ ਬੜਾ ਵੱਡਾ ਸਬੂਤ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਮੌਜੂਦ ਹੈ, ਤੇ ਉਹ ਆਪ ਕਿਰਪਾ ਕਰਕੇ ਸਾਡੀ ਹੋਂਦ ਨੂੰ ਬਰਕਰਾਰ ਰੱਖ ਰਹੇ, ਸਾਡੇ ਸਰੂਪ ਦੀ ਸੰਭਾਲ ਸਾਨੂੰ ਰੱਖ ਰਹੇ, ਸਾਡੀ ਪਾਲਣਾ ਕਰ ਰਹੇ। ਰੱਬ ਤੋਂ ਬਿਨਾਂ ਸ਼ਾਇਦ ਸੰਸਾਰ ਦਾ ਇੱਕ ਕਿਣਕਾ ਵੀ ਹੋਂਦ ਵਿੱਚ ਨਾ ਰਵੇ। ਰੱਬ ਨੇ ਹੋਂਦ ਰੱਖੀ ਤੇ ਜਗਤ ਦੀ ਹੋਂਦ ਹੈ। ਦੇਖੋ ਨਾ, ਅਸੀਂ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਚਾਹੇ ਉਹ ਸੁਨਾਮੀ ਲਹਿਰਾਂ ਉੱਠਣ,
ਚਾਹੇ ਉਹ ਜੰਗਲ ਨੂੰ ਅੱਗ ਲੱਗੇ, ਚਾਹੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਘਟਨਾਵਾਂ ਕੋਈ ਵਾਪਰਨ ਜਾਂ ਅੱਜ ਦੇ ਹਾਲਾਤਾਂ ਦੀ ਗੱਲ ਕਰ ਲਈਏ, ਤੇ ਸਹਿਜ ਸੁਭਾਅ ਸਾਡੀ ਜ਼ੁਬਾਨ ਤੋਂ ਇੱਕ ਲਫ਼ਜ਼ ਨਿਕਲਦਾ, ਲੱਗਦਾ ਰੱਬ ਹੁਣ ਦੁਨੀਆ ਮੁਕਾ ਕੇ ਹੀ ਹਟੇਗਾ। ਮਤਲਬ ਮੁਕਾਉਣ ਵਾਲਾ ਉਹ ਹੀ ਹੈ, ਉਹਦੇ ਤੋਂ ਬਿਨਾਂ ਨਹੀਂ। ਤੇ ਜੇ ਬਚਾਉਂਦਾ ਜਾਂ ਬਚਾਉਣ ਵਾਸਤੇ ਅਰਜ਼ੋਈ ਕਰਨੀ ਹੈ ਤੇ ਉਦੋਂ ਵੀ ਅਸੀਂ ਹੱਥ ਜੋੜ ਕੇ ਹੀ ਕਹਿੰਦੇ ਆ, ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲੇਹੋ ਉਬਾਰ। ਰੱਬ ਜੀ ਤੁਸੀਂ ਬਚਾਉਣਾ। ਹਰ ਇੱਕ ਮੁਸ਼ਕਲ ਦਾ ਹੱਲ ਅਕਾਲ ਪੁਰਖ ਪਰਮੇਸ਼ਵਰ। ਹਰ ਮੁਸ਼ਕਲ ਤੋਂ ਬਾਹਰ ਕੱਢਣ ਲਈ ਅਕਾਲ ਪੁਰਖ ਪਰਮੇਸ਼ਵਰ ਦੀ ਸੱਤਾ, ਉਹਦੀ ਤਾਕਤ। ਤੇ ਅੱਜ ਭੱਟ ਜੀ ਕਹਿੰਦੇ, ਗੁਰੂ ਰਾਮਦਾਸ ਪਾਤਸ਼ਾਹ, ਮੈਂ ਜਿਸ ਵੀ ਸਰੂਪ ਵੱਲ, ਰੱਬ ਦੇ ਜਿਸ ਵੀ ਅਵਤਾਰ ਵੱਲ ਵੇਖਾਂ, ਮੈਨੂੰ ਉਹ ਤੁਹਾਡਾ ਹੀ ਅਵਤਾਰ ਲੱਗਦਾ ਹੈ ਕਿ ਤੁਸੀਂ ਆਪ ਹੀ ਉਹ ਅਵਤਾਰ ਜਿਹੜਾ ਉਹਨੂੰ ਧਾਰਨ ਕੀਤਾ। ਚਾਹੇ ਉਹ 52 ਰੂਪ ਹੈ, ਚਾਹੇ ਉਹ ਬਲ ਦੇਣ ਵਾਲਿਆਂ ਦਾ ਰੂਪ ਹੈ, ਚਾਹੇ ਉਹ ਭਗਤੀ ਨੂੰ ਫਲ ਦੇਣ ਵਾਲਾ ਹੈ, ਤੇ ਭਾਵੇਂ ਉਹ ਕਲੰਕੀ ਅਵਤਾਰ ਜਿਹੜਾ ਉਹ ਹੈ, ਤੇ ਭਾਵੇਂ ਸਤਿਗੁਰੂ ਪਾਤਸ਼ਾਹ ਜੀ ਕਾਨ ਕੁੰਵਰ ਦੀ ਬਾਤ ਕਰੀਏ, ਉਹ ਅਵਤਾਰ ਵੀ ਤੁਹਾਡਾ ਹੀ ਹੈ। ਸਾਰੇ ਦੇ ਸਾਰੇ ਅਵਤਾਰ ਗੁਰੂ ਰਾਮਦਾਸ ਪਾਤਸ਼ਾਹ ਇਹ ਤੁਹਾਡੇ ਹਨ। ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ। ਉਤੋਂ ਬਾਅਦ ਚ ਕਹਿੰਦੇ ਗੁਰੂ ਜੀ ਰਾਮ ਰਵਣ, ਜਿਹੜੇ ਰਾਮ ਨੂੰ ਰਵਣ ਵਾਲੇ ਨੇ, ਰਾਮ ਨੂੰ ਚੇਤੇ ਕਰਨ ਵਾਲੇ ਨੇ, ਉਹ ਵੀ ਤੁਹਾਡਾ ਹੀ ਰੂਪ ਨੇ। ਦੁਰਤ ਦਵਣ, ਜਿਹੜੇ ਪਾਪਾਂ ਨੂੰ ਖੰਡਣ ਵਾਲੇ, ਪਾਪ ਨੂੰ ਖੰਡਣ ਵਾਲੇ, ਪਾਪ ਨੂੰ ਨਾਸ਼ ਕਰਨ ਵਾਲਾ, ਉਹ ਵੀ ਤੁਹਾਡਾ ਰੂਪ। ਸਕਲ ਭਵਨ ਕੁਸ਼ਲ ਕਰਨ, ਸਾਰੇ ਦੇ ਸਾਰੇ ਭਵਨ ਵਿੱਚ ਕੁਸ਼ਲਤਾ ਵਰਤਾਉਣ ਵਾਲੇ ਵੀ ਤੁਸੀਂ ਹੋ। ਤੁਹਾਡੇ ਤੋਂ ਬਿਨਾਂ ਤੇ ਭਵਨ ਵਿੱਚ ਕੁਸ਼ਲਤਾ ਵੀ ਨਹੀਂ। ਮਤਲਬ ਸਾਰੇ ਦੇ ਸਾਰੇ ਸੰਸਾਰ ਵਿੱਚ ਪ੍ਰਸੰਨਤਾ ਦੇਣ ਵਾਲੇ ਤੁਸੀਂ ਹੋ, ਖੁਸ਼ੀ ਵਰਤਾਉਣ ਵਾਲੇ ਤੁਸੀਂ ਹੋ। ਤੁਸੀਂ ਵਰਤਾ ਰਹੇ ਹੋ ਖੁਸ਼ੀ, ਰਹਿਮਤ ਵਰਤਾ ਰਹੇ ਹੋ। ਤੁਹਾਡੀ ਵਰਤਾਈ ਹੋਈ ਰਹਿਮਤ ਵਰਤ ਰਹੀ ਜਗਤ ਭਵਨ ਜਿਹੜਾ ਇਹ ਸੁੱਖਾਂ ਨਾਲ ਰਹਿ ਰਿਹਾ। ਫਿਰ ਸਰਬ ਭੂਤ ਆਪ ਹੀ, ਹਰ ਇੱਕ ਸਮੇਂ ਦੇ ਵਿੱਚ, ਹਰ ਇੱਕ ਹਸਤੀ ਦੇ ਵਿੱਚ ਤੁਸੀਂ ਆਪ ਬੈਠੇ ਹੋ। ਹਰ ਹਸਤੀ ਵਿੱਚ ਤੁਹਾਡਾ ਰੂਪ ਟਿਕਿਆ ਹੋਇਆ। ਤੁਹਾਡੇ ਤੋਂ ਬਿਨਾਂ ਤੇ ਕਿਸੇ ਹਸਤੀ ਦੀ ਹੋਂਦ ਹੀ ਨਹੀਂ ਹੈ। ਹਰ ਹਸਤੀ ਦੀ ਹੋਂਦ ਤੁਹਾਡੇ ਕਰਕੇ ਹੈ, ਤੁਹਾਡੇ ਤੋਂ ਬਿਨਾਂ ਨਹੀਂ। ਜਿੱਥੇ ਹਰ ਇੱਕ ਹਸਤੀ ਵਿੱਚ ਬੈਠੇ ਹੋ ਨਾ, ਉੱਥੇ ਆਪ ਹੀ ਦੇਵਾਧ ਦੇਵ, ਰੱਬ ਜੀ ਦੇਵਤਿਆਂ ਦੇ ਵੱਡੇ ਦੇਵਤੇ ਬਣ ਕੇ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਆਪ ਹੀ ਬੈਠੇ ਹੋ। ਮਤਲਬ ਤੁਸੀਂ ਦੇਵਤਿਆਂ ਦੇ ਵੀ ਵੱਡੇ ਦੇਵਤੇ ਹੋ। ਜਿੰਨੇ ਮਰਜੀ ਕੋਈ ਆਪਣੇ ਆਪ ਨੂੰ ਵੱਡੇ ਦੇਵ ਜਾਂ ਲੋਕ ਆਖਦੇ ਇਹ ਵੱਡੇ ਦੇਵ ਨੇ, ਲੋਕ ਉਹਨਾਂ ਦਾ ਸਨਮਾਨ ਕਰਦੇ, ਉਹਨਾਂ ਦਾ ਸਤਿਕਾਰ ਕਰਦੇ। ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਉਹ ਦੇਵ ਕਿਸੇ ਦਾ ਸਤਿਕਾਰ ਕਰਦੇ ਨੇ ਨਾ, ਉਹ ਦੇਵਤੇ ਕਿਸੇ ਅੱਗੇ ਸੀਸ ਝੁਕਾਉਂਦੇ ਨੇ, ਉਹ ਦੇਵਤੇ ਕਿਸੇ ਅੱਗੇ ਨਿਵਦੇ ਨੇ। ਤੇ ਸਤਿਗੁਰੂ ਰਾਮਦਾਸ ਜੀ ਉਹ ਤੁਹਾਡੇ ਅੱਗੇ ਸਿਰ ਨਵਾਉਂਦੇ, ਕਿਉਂਕਿ ਤੁਸੀਂ ਉਹਨਾਂ ਤੋਂ ਵੀ ਵੱਡੇ ਦੇਵਤੇ ਹੋ, ਉਹਨਾਂ ਦੇ ਦੇਵ ਬਣ ਕੇ ਬੈਠੇ ਹੋ। ਆਪ ਹੀ ਦੇਵਾਦ ਦੇਵ, ਫਿਰ ਸਹਿਸ ਮੁਖ ਫਨਿੰਦ ਜੀਓ। ਤੇ ਜਿਹੜਾ ਸ਼ੇਸ਼ ਨਾਗ ਵਾਲਾ ਸਵਰੂਪ ਹੈ ਨਾ, ਹਜ਼ਾਰਾਂ ਮੂੰਹਾਂ ਵਾਲਾ, ਸਤਿਗੁਰੂ ਜੀ ਉਹ ਅਵਤਾਰ ਵੀ ਤੁਹਾਡਾ ਹੀ ਹੈ, ਤੁਹਾਡੇ ਤੋਂ ਬਿਨਾਂ ਨਹੀਂ। ਗੁਰੂ ਰਾਮਦਾਸ ਜੀ ਦੀ ਸ਼ੋਭਾ, ਬਾਤ ਉਹ ਭੱਟ ਗਯੰਦ ਜੀ ਗੁਰੂ ਰਾਮਦਾਸ ਜੀ ਦੀ ਵਡਿਆਈ ਦੀ ਕਰ ਰਹੇ। ਹੁਣ ਇਹ ਜਿੰਨਾ ਜ਼ਿਕਰ ਕਰ ਰਹੇ ਨਾ, ਇਹ ਸਾਰੇ ਦਾ ਸਾਰਾ ਜ਼ਿਕਰ ਇਸ ਪੱਖ ਨੂੰ ਲੈ ਕੇ ਆ ਕਿ ਮੇਰੇ ਲਈ ਸਹਿਸ ਫਨਿੰਦ ਗੁਰੂ ਰਾਮਦਾਸ ਜੀ ਤੁਸੀਂ, ਭਗਤੀ ਨੂੰ ਪ੍ਰੇਮ ਕਰਨ ਵਾਲੇ ਮੇਰੇ ਲਈ ਤੁਸੀਂ, 52 ਰੂਪ ਅਵਤਾਰ ਮੇਰੇ ਲਈ ਤੁਸੀਂ। ਚਾਹੇ ਮੱਛ ਕੱਛ ਦੀ ਗੱਲ ਕਰ ਲਾਂ, ਗੁਰੂ ਰਾਮਦਾਸ ਪਾਤਸ਼ਾਹ ਮੇਰੇ ਲਈ ਉਹ ਵੀ ਤੁਸੀਂ ਹੋ। ਚਾਹੇ ਕਾਨ ਕੁੰਵਰ ਦੀ ਮੈਂ ਗੱਲ ਕਰ ਲਾਂ, ਗੁਰੂ ਰਾਮਦਾਸ ਜੀ ਮੇਰੇ ਲਈ ਉਹ ਵੀ ਤੁਸੀਂ ਹੋ।
ਤੇ ਸਾਰੇ ਦੇ ਸਾਰੇ ਜਗਤ ਵਿੱਚ ਸੁੱਖ ਵਰਤਾਉਣ ਵਾਲੇ ਤੁਸੀਂ ਹੋ। ਸਾਰੀ ਹਸਤੀਆਂ ਦੇ ਮੁੱਢ, ਸਾਰੀ ਹਸਤੀਆਂ ਦਾ ਮੂਲ ਤੁਸੀਂ ਹੋ। ਸਾਰੀਆਂ ਹਸਤੀਆਂ ਵਿੱਚ ਬਿਰਾਜਮਾਨ ਤੁਸੀਂ ਹੋ। ਦੇਵਤਿਆਂ ਦੇ ਵੱਡੇ ਦੇਵਤੇ ਮੇਰੇ ਲਈ ਤੁਸੀਂ ਹੋ। ਤੁਹਾਡੇ ਤੋਂ ਬਿਨਾ ਕੁਝ ਨਹੀਂ। ਧੰਨ ਗੁਰੂ ਰਾਮਦਾਸ ਜੀ। ਤੇ ਜੇ ਮੈਂ ਸ਼ੇਸ਼ਨਾਗ ਦੀ ਬਾਤ ਕਰਾਂ, ਉਸ ਅਵਤਾਰ ਦੀ ਬਾਤ ਕਰਾਂ, ਤੇ ਮੇਰੇ ਲਈ ਉਹ ਵੀ ਤੁਸੀਂ ਹੋ, ਤੁਹਾਡੇ ਤੋਂ ਬਿਨਾ ਨਹੀਂ। ਮੇਰੇ ਲਈ ਹਰ ਇੱਕ ਰੂਪ ਤੁਹਾਡਾ ਹੈ। ਮੈਂ ਜਿਸ ਪਾਸੇ ਵੀ ਝਾਤ ਮਾਰਾਂ, ਗੁਰੂ ਰਾਮਦਾਸ ਜੀ ਮੈਨੂੰ ਤੁਸੀਂ ਹੀ ਨਜ਼ਰ ਆਉਂਦੇ ਹੋ। ਭੱਟ ਗਯੰਦ ਜੀ ਅੱਜ ਸਤਿਗੁਰੂ ਰਾਮਦਾਸ ਨੂੰ ਸਰਬ ਵਿਆਪਕਤਾ ਦੇ ਰੂਪ ਵਿੱਚ ਵੇਖਦਿਆਂ ਹੋਇਆਂ ਗੁਰੂ ਰਾਮਦਾਸ ਜੀ ਦੀ ਸ਼ੋਭਾ ਨੂੰ ਗਾ ਰਹੇ ਹਨ। ਜਰਮ ਕਰਮ ਮਛ ਕਛ ਹੋ ਬਰਾ, ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਫਿਰ ਜਰਮ, ਕਰਮ, ਮੱਛ, ਕੱਛ, ਇਹ ਸਾਰੇ ਰੱਬ ਦੇ ਅਵਤਾਰ ਨੇ, ਜਿਹੜੇ ਮੰਨਿਆ ਜਾਂਦਾ ਕਿ ਰੱਬ ਨੇ ਸੰਸਾਰ ਤੇ ਲਏ ਜਿਹੜੇ ਅਵਤਾਰ। ਕਹਿੰਦੇ ਗੁਰੂ ਜੀ ਜਿਸ ਨੇ ਮੱਛ, ਕੱਛ, ਬਰਾਹ, ਇਹ ਵੀ ਇੱਕ ਅਵਤਾਰ ਰੱਬ ਦਾ, ਸ਼ੁਕਰ ਅਵਤਾਰ ਜਿਹੜਾ ਕਿਹਾ ਜਾਂਦਾ, ਬਰਾਹ ਲਫ਼ਜ਼ ਵਰਤਿਆ ਗਿਆ ਉਹਦੇ ਲਈ। ਤੇ ਫਿਰ ਕਹਿੰਦੇ ਜਮੁਨਾ ਕੈ ਕੂਲ, ਜਮਨਾ ਦੇ ਕਿਨਾਰੇ ਦੇ ਉੱਤੇ ਖੇਲ ਖੇਲਿਓ ਜਿਨ ਗੇਂਦ ਜੀਓ, ਜਿਹੜਾ ਗੇਂਦ ਨਾਲ ਖੇਡ ਖੇਡਦਾ ਨਾ, ਉਹ ਵੀ ਤੁਹਾਡਾ ਹੀ ਰੂਪ ਹੈ। ਜਿਨ੍ਹਾਂ ਨੇ ਮੱਛ, ਕੱਛ ਤੇ ਵਰਾਹ ਦਾ ਅਵਤਾਰ ਲਿਆ, ਜਨਮ ਤੇ ਕਰਮ ਧਾਰਨ ਕੀਤਾ, ਕ੍ਰਿਸ਼ਨ ਬਣ ਕੇ ਜਮਨਾ ਦੇ ਕਿਨਾਰੇ ਉੱਤੇ ਗੇਂਦ ਨਾਲ ਖੇਡ ਖੇਡੀ, ਕੌਤਕ ਵਰਤਾਏ, ਗੁਰੂ ਜੀ ਮੇਰੇ ਲਈ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਨਹੀਂ। ਹਰ ਇੱਕ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਵੇਖਣਾ, ਮਹਿਸੂਸ ਕਰਨਾ ਭੱਟ ਗਯੰਦ ਜੀ ਦਾ, ਤੇ ਉਹ ਮਹਿਸੂਸ ਕਰਦਿਆਂ ਹੋਇਆਂ ਫਿਰ ਗੁਰੂ ਰਾਮਦਾਸ ਜੀ ਦੀ ਸ਼ੋਭਾ ਨੂੰ ਗਾਉਣਾ। ਇਹ ਪ੍ਰਗਟਾਵਾ ਇੱਥੇ ਆਪ ਉਹ ਖੁਦ ਕਰ ਰਹੇ ਕਿ ਮੇਰੇ ਲਈ ਹਰ ਰੂਪ ਗੁਰੂ ਰਾਮਦਾਸ ਜੀ ਤੁਹਾਡਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਈਸ਼ਰ ਬ੍ਰਹਮਾ ਗੁਰਖ ਇਹ ਸਾਰੇ ਮੇਰੇ ਲਈ ਮੇਰਾ ਗੁਰੂ ਹੈ, ਉਦਾਂ ਹੀ ਭੱਟ ਗਯੰਦ ਜੀ ਕਹਿ ਰਹੇ ਇਹ ਸਾਰੇ ਠੀਕ ਹੈ। ਸੰਸਾਰ ਮੰਨਦਾ, ਮਿਥਿਹਾਸ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਇਹ ਸਾਰੇ ਅਵਤਾਰ, ਇਹ ਸਾਰੇ ਦੇ ਸਾਰੇ ਰੂਪ ਅਕਾਲ ਪੁਰਖ ਲੈ ਕੇ ਸੰਸਾਰ ਤੇ ਆਏ, ਪਰ ਗੁਰੂ ਰਾਮਦਾਸ ਜੀ ਮੇਰੇ ਲਈ ਸਾਰੇ ਦੇ ਸਾਰੇ ਰੂਪ ਤੁਸੀਂ ਹੋ। ਮੈਂ ਤੁਹਾਡੇ ਵਿੱਚੋਂ ਇਹਨਾਂ ਸਾਰਿਆਂ ਨੂੰ ਵੇਖਦਾ, ਸਾਰੇ ਰੂਪ ਤੁਹਾਡੇ ਨੇ, ਤੁਹਾਡੇ ਤੋਂ ਬਿਨਾਂ ਨਹੀਂ ਹੈ ਕੋਈ ਵੀ ਰੂਪ। ਹਰ ਇੱਕ ਰੂਪ ਦੇ ਮਾਲਕ ਤੁਸੀਂ ਹੋ। ਸਾਰੇ ਰੂਪ ਤੁਸੀਂ ਧਾਰਨ ਕੀਤੇ, ਚਾਹੇ ਮੱਛ ਦਾ, ਚਾਹੇ ਕੱਛ ਦਾ, ਚਾਹੇ ਵਰਾਹ ਦਾ, ਚਾਹੇ ਜਮਨਾ ਦੇ ਕਿਨਾਰੇ ਉੱਤੇ ਖੇਡ ਖੇਡਣ ਦੀ ਬਾਤ ਆਈ ਹੈ। ਗੁਰੂ ਰਾਮਦਾਸ ਜੀ ਸਾਰੇ ਦੇ ਸਾਰੇ ਰੂਪ ਤੁਹਾਡੇ ਹਨ। ਨਾਮ ਸਾਰ ਹੀਏ ਧਾਰ, ਤਜ ਬਿਕਾਰ ਮਨ ਗਯੰਦ। ਸਤ ਗੁਰੂ ਸਤ ਗੁਰੂ ਸਤ ਗੁਰ ਗੋਬਿੰਦ ਜੀਓ। ਹੁਣ ਭੱਟ ਗਯੰਦ ਜੀ ਨੇ ਨਾ ਇਹ ਸਾਰੀਆਂ ਗੱਲਾਂ ਆਪਣੇ ਮਨ ਨੂੰ ਦੱਸੀਆਂ ਵੀ ਮਨਾ ਵੇਖ ਗੁਰੂ ਰਾਮਦਾਸ ਪਾਤਸ਼ਾਹ ਕਿੱਡੇ ਬਲ ਦੇ ਮਾਲਕ ਨੇ, ਗੁਰੂ ਰਾਮਦਾਸ ਸਾਹਿਬ ਕਿੱਡੀ ਕਿਰਪਾ ਦੇ ਮਾਲਕ ਨੇ, ਉਹ ਕਿਵੇਂ ਰਹਿਮਤਾਂ ਵਰਤਾਰੇ, ਹਰ ਇੱਕ ਜੀਵ ਉੱਤੇ ਉਹਨੇ ਕਿਰਪਾ ਵਰਤਾਈ, ਹਰ ਸਮੇਂ ਵਿੱਚ ਕਿਰਪਾ ਵਰਤਾਈ। ਤੇ ਮੇਰੇ ਮਨਾ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦਾ ਨਾਮ ਸਾਰ ਬੜਾ ਸ੍ਰੇਸ਼ਟ ਹੈ, ਜਿਨ੍ਹਾਂ ਦਾ ਨਾਮ ਹੀਏ ਧਾਰ, ਤੂੰ ਉਹਨਾਂ ਦਾ ਨਾਮ ਆਪਣੇ ਅੰਦਰ ਧਾਰਨ ਕਰ। ਤਜ ਵਿਕਾਰ ਮਨਾ ਵਿਕਾਰ ਛੱਡ ਦੇ ਮਨ ਗਯੰਦ, ਗਯੰਦ ਦੇ ਮਨਾ। ਭੱਟ ਗਯੰਦ ਜੀ ਕਹਿੰਦੇ ਹੇ ਮੇਰੇ ਮਨਾ ਤੂੰ ਵਿਕਾਰ ਛੱਡ, ਸ੍ਰੇਸ਼ਟ ਗੁਰੂ ਰਾਮਦਾਸ ਜੀ ਦਾ ਜਿਹੜਾ ਨਾਮ ਹੈ ਉਹ ਆਪਣੇ ਹਿਰਦੇ ਵਿੱਚ ਧਾਰਨ ਕਰ। ਹਿਰਦੇ ਵਿੱਚ ਧਾਰਨ ਕਰਕੇ ਵਿਕਾਰਾਂ ਨੂੰ ਛੱਡ ਦੇ, ਕਿਉਂਕਿ ਸਤਿਗੁਰੂ ਸਤਿਗੁਰੂ ਸਤਿਗੁਰ
ਗੋਬਿੰਦ ਜੀਓ, ਕਿਉਂਕਿ ਉਹ ਗੁਰੂ ਨੇ ਜਿਹੜੇ ਆਪ ਪਰਮੇਸ਼ਵਰ ਦਾ ਸਰੂਪ ਨੇ। ਉਹ ਧੰਨ ਗੁਰੂ ਰਾਮਦਾਸ ਜੀ ਹਨ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹੈ। ਇਸ ਕਰਕੇ ਮਨਾ ਮੈਂ ਤੈਨੂੰ ਇਹ ਕਹਿਣਾ, ਤੂੰ ਉਸ ਸ੍ਰੇਸ਼ਟ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਨਾਮ ਹੈ ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰ ਲੈ। ਕਿਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਚਿੰਤਨ, ਉਹਨਾਂ ਦੀ ਯਾਦ ਆਪਣੇ ਹਿਰਦੇ 'ਚ ਟਿਕਾ ਲਾ। ਉਹਨਾਂ ਦੀ ਯਾਦ ਜਿਸ ਦਿਨ ਤੇਰੇ ਹਿਰਦੇ 'ਚ ਟਿਕ ਗਈ, ਮਨਾ ਤੇਰਾ ਵੀ ਪਾਰ ਉਤਾਰਾ ਹੋ ਜਾਏਗਾ, ਤੂੰ ਵੀ ਤਰ ਜਾਏਗਾ, ਤੇਰਾ ਵੀ ਉਧਾਰ ਹੋ ਜਾਏਗਾ। ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਕਿਤੇ ਪੱਲਾ ਪਕੜ ਲੈ, ਸਤਿਗੁਰੂ ਰਾਮਦਾਸ ਦਾ ਪੱਲਾ ਫੜ, ਗੁਰੂ ਰਾਮਦਾਸ ਦਾ ਪੱਲਾ ਪਕੜ ਕੇ ਉਹਨਾਂ ਦਾ ਨਾਮ ਹਿਰਦੇ ਵਿੱਚ ਧਾਰਨ ਕਰ ਲਾ। ਜਦੋਂ ਹਿਰਦੇ ਵਿੱਚ ਨਾਮ ਧਾਰਨ ਕਰ ਲਏਗਾ ਸੱਜਣਾ, ਇਸ ਸੰਸਾਰ ਸਮੁੰਦਰ ਤੋਂ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਣ ਮੰਤਰ ਇਹ ਨਿਸ ਬਾਸੁਰ ਹੋਏ ਕਲਿਆਣ, ਲਹਿ ਪਰਮ ਗਤ ਜੀਓ। ਫਿਰ ਕਹਿੰਦੇ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਗੁਰੂ ਸਦੀਵ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਗੁਰੂ। ਤੇ ਕੀ ਕਰ ਮਨਾ, ਗੁਰ ਕਹਿਆ ਮਾਨ, ਗੁਰੂ ਦਾ ਕਿਹਾ ਹੋਇਆ ਮਨ। ਨਿਜ ਨਿਧਾਨ, ਤੇਰੇ ਲਈ ਇਹੀ ਖਾਸ ਖਜ਼ਾਨਾ, ਤੇਰਾ ਆਪਣਾ ਖਜ਼ਾਨਾ ਕਿ ਤੂੰ ਗੁਰੂ ਦੇ ਬੋਲਾਂ ਤੇ ਪਹਿਰਾ ਦੇਣ ਲੱਗ ਜਾਏ। ਗੁਰੂ ਦੇ ਕਹੇ ਹੋਏ ਨੂੰ ਮੰਨ ਲੈ, ਇਹ ਤੇਰਾ ਨਿੱਜੀ ਖਜ਼ਾਨਾ ਹੈ, ਜਿਹਨੂੰ ਕੋਈ ਲੈ ਨਹੀਂ ਸਕਦਾ, ਜਿਹਨੂੰ ਕੋਈ ਤੇਰੇ ਕੋਲੋਂ ਖੋ ਨਹੀਂ ਸਕਦਾ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਣ, ਸੱਚ ਕਰਕੇ ਜਾਣ। ਮੰਤਰ ਇਹ ਹੈ, ਅਸਲ ਦੇ ਵਿੱਚ ਇਹੀ ਮੰਤਰ ਹੈ ਕਿ ਗੁਰੂ ਦੇ ਬੋਲਾਂ ਉੱਤੇ ਪਹਿਰਾ ਦੇਣਾ, ਗੁਰੂ ਦੇ ਕਹੇ ਹੋਏ ਨੂੰ ਮੰਨਣਾ, ਇਹੀ ਅਸਲ ਵਿੱਚ ਮੰਤਰ। ਤੇ ਫਿਰ ਕਹਿੰਦੇ ਨਿਸਬਾਸੁਰ ਹੋਏ ਕਲਿਆਣ। ਜਦੋਂ ਤੂੰ ਗੁਰੂ ਦੇ ਕਹੇ ਹੋਏ ਤੇ ਪਹਿਰਾ ਦੇਏਗਾ ਨਾ, ਗੁਰੂ ਦੇ ਕਹੇ ਹੋਏ ਬੋਲਾਂ ਨੂੰ ਮੰਨੇਗਾ, ਗੁਰੂ ਦੇ ਕਹੇ ਹੋਏ ਬੋਲਾਂ ਨੂੰ ਧਾਰਨ ਕਰੇਗਾ, ਗੁਰੂ ਦੇ ਕਹੇ ਹੋਏ ਅਨੁਸਾਰ ਚੱਲੇਗਾ, ਨਿਸਬਾਸੁਰ ਹੋਏ ਕਲਿਆਣ। ਦਿਨ ਰਾਤ ਤੇਰਾ ਕਲਿਆਣ ਹੀ ਕਲਿਆਣ ਹੈ, ਭਲਾ ਹੀ ਭਲਾ ਤੇਰੇ ਲਈ ਦਿਨ ਰਾਤ। ਲਹੈ ਪਰਮ ਗਤ ਜੀਓ, ਤੇ ਤੈਨੂੰ ਪਰਮ ਗਤੀ, ਉੱਚੀ ਅਵਸਥਾ ਜਿਹੜੀ ਮਨਾ ਮਿਲ ਜਾਏਗੀ ਜੇ ਕਿਤੇ ਗੁਰੂ ਕੇ ਕਹੇ ਹੋਏ ਬੋਲ ਤੈਨੂੰ ਮੰਨਣ ਦੀ ਜਾਚ ਆ ਜਾਏ। ਥੋੜਾ ਜਿਹਾ ਪੱਖ ਹੁਣ ਮੈਂ ਅੱਜ ਦੇ ਇਤਿਹਾਸਕ ਦਿਨ ਦਾ ਵੀ ਰੱਖਦਾ ਚੱਲਾਂ। ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ, ਜਿਸ ਦਿਨ ਗੁਰੂ ਸਾਹਿਬ ਜੀ ਸਰੀਰਕ ਚੋਲੇ ਨੂੰ ਤਿਆਗ ਕੇ ਸੰਸਾਰ ਤੋਂ ਜਾਂਦੇ ਨੇ ਔਰ ਆਪਣੀ ਜੋਤ ਗੁਰੂ ਰਾਮਦਾਸ ਪਾਤਸ਼ਾਹ ਦੇ ਅੰਦਰ ਉਹਨਾਂ ਟਿਕਾ ਦਿੱਤੀ ਹੈ। ਪਿਛਲੇਰੇ ਦਿਨਾਂ 'ਚ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਵੀ ਮਨਾਇਆ। ਖਿਆਲ ਕਰਿਓ, ਇਹ ਗੁਰੂ ਨਾਨਕ ਦੇ ਘਰ ਦੀ ਬੜੀ ਵੱਡੀ ਇੱਕ ਨਾ ਖੇਡ ਹੈ, ਕਲਾ ਜਿਹੜੀ ਸਤਿਗੁਰੂ ਜੀ ਵਰਤਾਉਂਦੇ। ਕਿਉਂਕਿ ਜਦੋਂ ਵੀ ਗੱਦੀ ਨਸ਼ੀਨ ਥਾਪਿਆ ਜਾਂਦਾ ਹੈ ਨਾ, ਉਹ ਇੱਕ ਦੇ ਚਲੇ ਜਾਣ ਤੋਂ ਬਾਅਦ ਵਿੱਚ ਦੂਜੇ ਨੂੰ ਥਾਪਿਆ ਜਾਂਦਾ। ਪਰ ਗੁਰੂ ਨਾਨਕ ਦਾ ਘਰ ਐਸਾ ਹੈ, ਦੂਰ ਅੰਦੇਸ਼ੀ ਐਸੀ ਹੈ, ਗੱਦੀਆਂ ਪਿੱਛੇ ਲੜਾਈ ਤੇ ਬੜੇ ਚਿਰਾਂ ਤੋਂ ਚੱਲਦੀ ਆਉਂਦੀ ਤੇ ਚੱਲਦੀ ਪਈ ਹੈ, ਰੈਗੂਲਰ ਚੱਲਦੀ ਵੀ ਰਹੇਗੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਗੁਰੂ ਨਾਨਕ ਸਾਹਿਬ ਦੀ ਦੂਰ ਅੰਦੇਸ਼ੀ ਇਹ ਹੈ ਕਿ ਮਾਲਕ ਨੇ ਕਿਸੇ ਨੂੰ ਗੱਦੀ ਜਾਣ ਤੋਂ ਬਾਅਦ 'ਚ ਨਹੀਂ ਦਿੱਤੀ, ਆਪਣੇ ਜਿਉਂਦਿਆਂ ਜੀ, ਜਿੰਨਾ ਚਿਰ ਸਤਿਗੁਰੂ ਸਰੀਰ ਵਿੱਚ ਨੇ। ਕਿਸੇ ਵੀ ਰੂਪ ਦੀ ਗੱਲ ਕਰ ਲਈਏ, ਕਿਸੇ ਵੀ ਗੁਰੂ ਸਾਹਿਬਾਨ ਦੇ ਸਰੀਰਕ ਚੋਲੇ ਦੀ ਗੱਲ ਕਰ ਲਈਏ, ਸਿਵਾਏ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹ ਗੁਰਤਾ ਗੱਦੀ ਦੇ ਕੇ ਨਹੀਂ, ਪਰ ਉਹ ਵੀ ਆਪਣੀ ਰਸਨਾ ਤੋਂ ਬੋਲ ਕੇ ਗਏ ਨੇ ਕਿ ਆਪ ਜੀ ਅੱਜ ਤੋਂ ਬਾਅਦ 'ਚ ਆਪ ਜੀ ਦੇ ਗੁਰੂ ਉਹ ਨੇ ਜਿਹੜਾ ਗ੍ਰਾਮ ਬਕਾਲੇ ਵਿੱਚ ਰਹਿ ਰਹੇ ਨੇ। ਉਹ ਤੇ ਬਾਅਦ ਵਿੱਚ ਸਾਰੇ ਪਾਖੰਡੀ ਜਾ ਕੇ ਬਕਾਲੇ 'ਚ ਆਪਣਾ ਟਿਕਾਣਾ ਕਰ ਲੈਂਦੇ ਨਾ, ਵੀ ਉੱਥੇ ਬਚਨ ਹੋਏ ਨੇ ਕਿ ਬਾਬਾ ਵਸੇ ਗ੍ਰਾਮ ਬਕਾਲੇ, ਕਿ ਗੁਰੂ ਜਿਹੜਾ ਉਹ ਬਕਾਲੇ ਦੀ ਧਰਤੀ ਤੇ। ਉਹ ਮੁੜ ਕੇ ਜਾ ਕੇ ਜਿਹੜੇ ਆਪਣੇ ਆਪ ਨੂੰ ਮੰਜੀਦਾਰ ਅਖਬਾਰੇ ਜਾਂ ਆਪਣੇ ਆਪ ਨੂੰ ਗੁਰੂ ਕੀ ਸੰਤਾਨ ਅਖਬਾਰੇ, ਧੀਰਮਲ ਵਰਗੇ
ਰਾਮ ਰਾਏ ਵਰਗੇ, ਇਹ ਸਾਰੇ ਇਕੱਠੇ ਹੋ ਕੇ ਫਿਰ ਬਕਾਲੇ ਦੀ ਧਰਤੀ ਤੇ ਚਲੇ ਜਾਂਦੇ ਵੀ ਗੁਰੂ ਜੋਤ ਸਾਡੇ ਵਿੱਚ ਹੈ। ਇਹਨਾਂ ਨੇ ਫਿਰ ਜ਼ੋਰ ਵੀ ਆਪਣੇ ਵਾਲਾ ਲਾਇਆ, ਪਰ ਜੋ ਸੱਚ ਹੈ ਉਹਨੂੰ ਕੋਈ ਛਿਪਾ ਕਦੇ ਨਹੀਂ ਸਕਦਾ। ਰਤਨ ਨੇ ਇੱਕ ਦਿਨ ਸਾਹਮਣੇ ਆ ਹੀ ਜਾਣਾ, ਉਹ ਅਸੀਂ ਜਿੰਨਾ ਮਰਜ਼ੀ ਲੁਕੋ ਕੇ ਜਾਂ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰ ਲਈ। ਰਤਨ ਦਾ ਮੁੱਲ ਜਿਸ ਦਿਨ ਪੈਂਦਾ ਨਾ, ਉਸ ਦਿਨ ਫਿਰ ਸੰਸਾਰ ਵੀ ਵੇਖਦਾ ਕਿ ਬੇਸ਼ੁਮਾਰ ਕੀਮਤੀ ਰਤਨ ਹੈ। ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਦਿਨ ਸੰਸਾਰ ਵਿੱਚ ਉਹਨਾਂ ਦਾ ਪ੍ਰਗਟਾਵਾ ਹੁੰਦਾ, ਫਿਰ ਸੱਚਮੁੱਚ ਬਾਕੀ ਸਾਰੇ ਦੀਵਿਆਂ ਦੀ ਰੌਸ਼ਨੀ ਫਿੱਕੀ ਪੈ ਜਾਂਦੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੂਰਜ ਰੂਪ ਸੰਸਾਰ ਵਿੱਚ ਉਦੈ ਹੋ ਜਾਂਦੇ ਨੇ। ਖੈਰ, ਗੁਰੂ ਅਮਰਦਾਸ ਸਾਹਿਬ ਨੇ ਵੀ ਇਸੇ ਤਰ੍ਹਾਂ ਹੀ ਕੌਤਕ ਵਰਤਾਇਆ ਕਿ ਜਿੰਨਾ ਚਿਰ ਮਾਲਕ ਪਾਤਸ਼ਾਹ ਸਰੀਰਕ ਤੌਰ ਤੇ ਰਹੇ, ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਜਦੋਂ ਸਰੀਰਕ ਚੋਲਾ ਤਿਆਗਣ ਦੀ ਬਾਤ ਆਈ ਤੇ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਨੂੰ ਨਾ ਗੁਰਤਾ ਗੱਦੀ ਦੇ ਦਿੱਤੀ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਤੀ ਇਤਿਹਾਸਕਾਰਾਂ ਨੇ ਬੜਾ ਸੋਹਣੇ ਉਹਨਾਂ ਨੇ ਇਤਿਹਾਸ ਵਿੱਚ ਜ਼ਿਕਰ ਕੀਤਾ। ਜਾਂ ਜਦੋਂ ਭੱਟ ਜੀ ਨੂੰ ਪੜ੍ਹਦੇ ਆ ਆਪਾਂ ਵਿਚਾਰ ਕੇ ਆਏ ਨਾ ਵੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੁਹਾਡੀ ਉਪਮਾ ਤੁਸੀਂ ਹੀ ਜਾਣਦੇ ਹੋ, ਤੁਹਾਡੇ ਤੋਂ ਬਿਨਾ ਤੁਹਾਡੀ ਉਪਮਾ ਨੂੰ, ਤੁਹਾਡੀ ਵਡਿਆਈ ਨੂੰ ਕੋਈ ਸਮਝ ਨਹੀਂ ਸਕਦਾ, ਤੁਹਾਡੀ ਵਡਿਆਈ ਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਤੁਹਾਡੇ ਗੁਣ ਤੁਸੀਂ ਹੀ ਜਾਣਦੇ ਹੋ। ਜਿਹੜਾ ਪੱਖ ਮੈਂ ਗੁਰੂ ਅਮਰਦਾਸ ਜੀ ਦੇ ਜੀਵਨ ਚੋਂ ਰੱਖਣਾ, ਇੱਕ ਸਮਾਂ ਉਹ ਵੀ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਲਈ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਕਿ ਹੋਣਾ ਅਮਰੂ ਨਿਥਾਵਾਂ। ਜੁਲਾਹੇ ਦੀ ਪਤਨੀ ਵੱਲੋਂ ਇਹ ਲਫ਼ਜ਼ ਵਰਤਿਆ ਜਾਂਦਾ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਇਹ ਸ਼ਬਦ ਵਰਤੇ ਜਾਂਦੇ, ਕਮਲੀਏ ਮੈਂ ਨਿਥਾਵਾਂ ਨਹੀਂ, ਮੈਂ ਥਾਂ ਵਾਲਾ ਬਣ ਗਿਆ। ਮੇਰੇ ਕੋਲ ਗੁਰੂ ਅੰਗਦ ਦੇ ਪਾਤਸ਼ਾਹ ਦਾ ਘਰ, ਗੁਰੂ ਨਾਨਕ ਦਾ ਟਿਕਾਣਾ ਮੇਰੇ ਕੋਲ ਹੈ। ਮੈਨੂੰ ਗੁਰੂ ਨਾਨਕ ਨੇ ਆਪਣੇ ਦਰ ਤੇ ਰੱਖਿਆ ਹੋਇਆ, ਮੈਂ ਥਾਂ ਵਾਲਾ ਬਣ ਗਿਆ। ਤੇ ਜਿਸ ਦਿਨ ਬਾਬੇ ਅਮਰਦਾਸ ਜੀ ਨੂੰ ਗੁਰੂ ਅੰਗਦ ਪਾਤਸ਼ਾਹ ਗੁਰਤਾ ਗੱਦੀ ਦਿੰਦੇ ਨਾ, ਉਸ ਦਿਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵੱਲੋਂ ਕਈ ਤਰ੍ਹਾਂ ਦੇ ਬਚਨ ਵੀ ਆਪਣੀ ਰਸਨਾ ਤੋਂ ਉਚਾਰੇ ਗਏ, ਕਈ ਬੋਲ ਆਖੇ ਗਏ। ਉਹਨਾਂ ਵਿੱਚੋਂ ਮੈਂ ਦੋਵਾਂ ਦਾ ਜ਼ਿਕਰ ਕਰਨਾ। ਗੁਰੂ ਅਮਰਦਾਸ ਸਾਹਿਬ ਜੀ, ਤੁਸੀਂ ਨਿਧਰਿਆਂ ਦੀ ਧਿਰੋ ਤੇ ਨਿਆਸਰਿਆਂ ਦੇ ਆਸਰੇ ਹੋ। ਕਦੇ ਗੁਰੂ ਅਮਰਦਾਸ ਨੂੰ ਕਿਹਾ ਜਾਂਦਾ ਇਹ ਨਿਥਾਵਾਂ, ਇਹਦੇ ਕੋਲ ਥਾਂ ਨਹੀਂ, ਪਰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜਿੱਦਣ ਗੁਰੂ ਨਾਨਕ ਦੀ ਜੋਤ ਟਿਕਾਉਂਦੇ, ਸਤਿਗੁਰੂ ਅਮਰਦਾਸ ਜੀ ਅੱਜ ਤੋਂ ਤੁਸੀਂ ਉਹਨਾਂ ਦੀ ਧਿਰ ਹੋ ਜਿਨ੍ਹਾਂ ਦੀ ਕੋਈ ਧਿਰ ਨਹੀਂ, ਤੇ ਅੱਜ ਤੋਂ ਤੁਸੀਂ ਉਹਨਾਂ ਦਾ ਆਸਰਾ ਹੋ ਜਿਨ੍ਹਾਂ ਦਾ ਕੋਈ ਆਸਰਾ ਵੀ ਨਹੀਂ ਹੈ। ਲਾਹੌਰ ਦੀ ਧਰਤੀ ਦੇ ਉੱਤੇ ਨਾ ਖਈ ਪਿੰਡ ਹੈ, ਉਸ ਪਿੰਡ ਵਿੱਚ ਪ੍ਰੇਮਾ ਨਾਮ ਦਾ ਇੱਕ ਮਨੁੱਖ ਰਹਿੰਦਾ ਹੈ। ਹੁਣ ਉਹ ਜਿਹੜਾ ਮਨੁੱਖ ਰਹਿ ਰਿਹਾ, ਘਰ-ਬਾਰ ਬੜਾ ਵਧੀਆ, ਸ਼ਾਹੂਕਾਰੀ ਘਰਾਣਾ ਹੈ, ਪਰ ਕਰਤਾਰ ਦੀ ਕੁਦਰਤ ਅੱਗੇ ਸ਼ਾਹੂਕਾਰੀ ਕੁਝ ਨਹੀਂ ਹੈ। ਮਾਂ ਪਿਤਾ ਨੇ ਬੜੀ ਸੋਹਣੀ ਪਰਵਰਿਸ਼ ਕੀਤੀ, ਪਰ ਭਾਣਾ ਐਸਾ ਵਰਤਦਾ ਹੈ, ਮਾਤਾ ਦਾ ਸਾਇਆ ਵੀ ਸਿਰ ਤੋਂ ਉੱਠ ਜਾਂਦਾ ਤੇ ਪਿਤਾ ਦਾ ਵੀ ਉੱਠ ਜਾਂਦਾ। ਪ੍ਰੇਮਾ ਨਾਮ ਦਾ ਸ਼ਖਸ ਭੈੜੀ ਸੰਗਤ 'ਚ ਪੈ ਜਾਂਦਾ ਹੈ। ਐਸਾ ਭੈੜੀ ਸੰਗਤ ਵਿੱਚ ਪਿਆ ਕਿ ਜਿੰਨੀ ਸ਼ਾਹੂਕਾਰੀ ਪਿਤਾ ਨੇ ਖੱਟੀ ਸੀ ਨਾ, ਉਹਦੀ ਸਾਰੀ ਹੋਈ ਬਦਖੋਈ ਕਰਤੀ, ਸਾਰੀ ਦੀ ਸਾਰੀ ਸ਼ਾਹੂਕਾਰੀ ਚਲੀ ਗਈ। ਦਿਨ ਬ ਦਿਨ ਕੰਗਾਲੀ ਵੱਲ ਵਧਣ ਲੱਗ ਪਿਆ। ਕੰਗਾਲ ਵੀ ਹੁੰਦਾ ਗਿਆ, ਕੰਗਾਲੀ ਵੱਲ ਵੱਧਦਾ ਵੀ ਗਿਆ। ਜਿੱਥੇ ਕੰਗਾਲੀ ਵੱਲ ਵੱਧਦਾ ਗਿਆ, ਤਿਵੇਂ ਤਿਵੇਂ ਸਰੀਰ ਰੋਗੀ ਵੀ ਹੁੰਦਾ ਗਿਆ। ਇੰਨਾ ਰੋਗੀ ਹੋ ਗਿਆ, ਕੋੜ ਦਾ ਰੋਗ ਲੱਗ ਗਿਆ, ਕੋੜੀ ਬਣ ਗਿਆ। ਹੁਣ ਜਿਹੜੇ ਮਿੱਤਰਾਂ ਨੇ ਉਹਨੂੰ ਮਾੜੀ ਸੰਗਤ 'ਚ ਲਾਇਆ ਸੀ, ਸਾਰੇ ਪਾਸਾ ਛੱਡ ਕੇ ਕਿੰਨੇ ਸਾਂਭਣਾ ਮੁੜ ਕੇ। ਜਦੋਂ ਕੋੜ ਹੀ ਹੋ ਗਿਆ, ਰੋਗ ਹੀ ਐਸਾ ਲੱਗ ਗਿਆ, ਛੂਤ ਦੀ ਬਿਮਾਰੀ ਲੱਗ ਗਈ, ਕੋਈ ਨੇੜੇ ਵੀ ਨਹੀਂ ਢੁੱਕਦਾ। ਇੱਕ ਉਹਦੇ ਗਲ ਦੇ ਵਿੱਚ ਕੁੱਜਾ ਪਾ ਦਿੱਤਾ ਗਿਆ ਵੀ ਜੇ ਕਿਤੇ ਭੁੱਖ ਲੱਗੇ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਸੱਜਣਾ ਖੜਕਾ ਦਿਆ ਕਰੀ, ਸਮਾਂ ਲੱਗਿਆ ਤੈਨੂੰ ਦੇ ਦਿਆ ਕਰਾਂਗੇ। ਬੜਾ ਦੁਖੀ ਆ, ਹੁਣ ਤਕਲੀਫ ਵਿੱਚ ਬਹੁਤ ਹੈ। ਡਿੱਗਦਾ ਢੈਂਦਾ
ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਿਆ। ਪਤਾ ਲੱਗਾ ਵੀ ਗੁਰੂ ਅਮਰਦਾਸ ਸਾਹਿਬ ਕਿਰਪਾ ਦੇ ਘਰ ਨੇ। ਸੁਣੀ ਗੁਰੂ ਸਾਹਿਬ ਦੀ ਸ਼ੋਭਾ ਵਡਿਆਈ ਤੇ ਡਿੱਗਦਾ ਢੈਂਦਾ ਕਿਸੇ ਨਾ ਕਿਸੇ ਤਰੀਕੇ ਤੇ ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਿਆ ਤੇ ਗੁਰੂ ਅਮਰਦਾਸ ਜੀ ਦੇ ਕੋਲੇ ਜਾਣ ਦੀ ਇੱਛਾ ਰੱਖ ਲਈ ਵੀ ਮੈਂ ਜਾਣਾ। ਪਰ ਰੋਗੀ ਹੈ, ਸਰੀਰ ਦੇ ਰੋਗ ਦਾ ਕੀ ਕਰੇ। ਫਿਰ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਜਿਹੜੀ ਨਾ ਉਹਨੂੰ ਪੜ੍ਹਦਾ, ਬਾਣੀ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰਦਾ। ਇੱਕ ਦਿਨ ਖੁਦ ਗੁਰੂ ਅਮਰਦਾਸ ਪਾਤਸ਼ਾਹ ਆਪ ਚੱਲ ਕੇ ਸਿੱਖਾਂ ਨੂੰ ਕਿਹਾ ਵੀ ਉੱਥੇ ਲੈ ਕੇ ਆਓ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ। ਸਿੱਖ ਲੈ ਕੇ ਗੁਰੂ ਸਾਹਿਬ ਦਾ ਹੁਕਮ ਸੀ, ਲੈ ਆਂਦਾ। ਆਪ ਗੁਰੂ ਅਮਰਦਾਸ ਸਾਹਿਬ ਚੱਲ ਕੇ ਗਏ। ਉਸ ਪ੍ਰੇਮੇ ਨੂੰ ਇਸ਼ਨਾਨ ਸਤਿਗੁਰੂ ਅਮਰਦਾਸ ਨੇ ਆਪਣੇ ਹੱਥਾਂ ਨਾਲ ਕਰਾਇਆ। ਉਹਦੀ ਮਲਮ ਪੱਟੀ, ਉਹਦੀ ਦਵਾ ਦਾਰੂ ਗੁਰੂ ਅਮਰਦਾਸ ਸਾਹਿਬ ਆਪ ਕਰਦੇ। ਐਵੇਂ ਨਹੀਂ ਸੀ ਸਤਿਗੁਰੂ ਅੰਗਦ ਦੇ ਪਾਤਸ਼ਾਹ ਨੇ ਧਰਿਆਂ ਦੀ ਤੇ ਰੱਖਿਆ, ਕਿਉਂਕਿ ਧਿਰ ਤੇ ਕੋਈ ਵੀ ਨਹੀਂ ਨਾ ਹੁਣ ਪ੍ਰੇਮੇ ਕੋਲ। ਮਾਂ ਪਿਤਾ ਪਹਿਲੋਂ ਚਲੇ ਗਏ, ਦੋਸਤਾਂ ਮਿੱਤਰਾਂ ਨੇ ਬਾਅਦ ਚ ਸੰਗ ਛੱਡਤਾ, ਰੋਗੀ ਹੋ ਗਿਆ ਸੀ। ਖੁਦ ਗੁਰੂ ਅਮਰਦਾਸ ਸਾਹਿਬ ਉਹਦੀ ਸੰਭਾਲ ਕਰਦੇ। ਦਿਨ ਬਾ ਦਿਨ ਹੁੰਦਾ ਕੀ ਹੈ, ਤੰਦਰੁਸਤੀ ਵੱਲ ਭਾਈ ਪ੍ਰੇਮਾ ਵਧਣ ਲੱਗ ਪਿਆ। ਤੰਦਰੁਸਤੀ ਵੱਲ ਐਸਾ ਵਧਿਆ, ਉਹਦਾ ਰੋਗ ਠੀਕ ਹੋਇਆ। ਜਿੱਥੇ ਰੋਗ ਠੀਕ ਹੋਇਆ ਨਾ, ਮਾਲਕ ਨੇ ਨਾਮ ਵੀ ਤਬਦੀਲ ਕਰਤਾ, ਜਿੱਥੇ ਮੁਰਾਰੀ ਹੈ, ਸਾਡਾ ਪੁੱਤਰ ਹੈ। ਸਤਿਗੁਰੂ ਨੇ ਖੁਦ ਕਿਹਾ ਮੇਰਾ ਪੁੱਤਰ ਹੈ, ਇਹ ਮੁਰਾਰੀ ਹੈ, ਇਹ ਮੇਰਾ ਸੁਪੁੱਤਰ ਹੈ। ਆਪ ਮਾਲਕ ਨੇ ਉਹਦੇ ਲਈ ਲਫ਼ਜ਼ ਵਰਤੇ। ਫਿਰ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਵੀ ਹੁਣ ਕੋਈ ਸਿੱਖ ਉੱਠੇ ਤੇ ਆਪਣੀ ਧੀ ਦਾ ਰਿਸ਼ਤਾ ਕਰੇ। ਤੇ ਇੱਕ ਸਿੱਖ ਉੱਠਿਆ, ਉਹਨੇ ਆਪਣੀ ਧੀ ਦਾ ਰਿਸ਼ਤਾ ਦੇਤਾ ਵੀ ਸਤਿਗੁਰੂ ਮੈਂ ਕਰਦਾ ਇਹਦੇ ਨਾਲ ਰਿਸ਼ਤਾ। ਜਿਵੇਂ ਇਤਿਹਾਸਕਾਰਾਂ ਨੇ ਲਿਖਿਆ ਤੇ ਪਿਤਾ ਨੇ ਰਿਸ਼ਤਾ ਕਰਤਾ ਧੀ ਦੀ, ਤੇ ਮਾਂ ਜਿਹੜੀ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਉਹਦਾ ਰਿਸ਼ਤਾ ਤੇ ਉਹਦੇ ਨਾਲ ਕੀਤਾ ਜਾ ਰਿਹਾ, ਤੇਰੀ ਧੀ ਦਾ ਜਿਹੜਾ ਬੜੇ ਪਿਛਲੇ ਦਿਨਾਂ ਵਿੱਚ ਬੜਾ ਰੋਗੀ ਸੀ, ਰੋਗ ਤੇ ਕੱਟਿਆ ਗਿਆ, ਉਹਦਾ ਨਾਮ ਲੈ ਕੇ ਜ਼ਿਕਰ ਕੀਤਾ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ, ਜਿਹਦੇ ਕੋਲ ਜਿਹੜਾ ਮੁਰਾਰੀ ਨਾਮ ਦਾ ਰਹਿ ਰਿਹਾ ਨਾ ਸਿੱਖ, ਉਹਦੇ ਨਾਲ ਤੇਰੀ ਧੀ ਦਾ ਰਿਸ਼ਤਾ ਕਰਤਾ। ਉਹ ਆ ਗਈ, ਆ ਕੇ ਕਹਿੰਦੀ ਵੀ ਸਤਿਗੁਰੂ ਵੀ ਨਾ ਇਹਦਾ ਕੋਈ ਅੱਗਾ ਨਾ ਕੋਈ ਪਿੱਛਾ, ਨਾ ਇਹਦੇ ਖਾਨਦਾਨ ਦਾ ਪਤਾ, ਨਾ ਇਹਦੇ ਮਾਂ-ਬਾਪ ਦਾ ਪਤਾ, ਨਾ ਇਹਦੀ ਕੋਈ ਧਿਰ ਹੈ। ਤੇ ਸਤਿਗੁਰੂ ਅਮਰਦਾਸ ਨੇ ਇੱਕ ਲਫ਼ਜ਼ ਵਰਤਿਆ ਸੀ, ਭੋਲੀਏ ਤੇਰੇ ਮਨ 'ਚ ਭੁਲੇਖਾ ਹੈ। ਇਹਦੀ ਮਾਂ ਵੀ ਮੈਂ ਆ, ਇਹਦਾ ਪਿਤਾ ਵੀ ਮੈਂ ਆ, ਇਹਦੀ ਧਿਰ ਵੀ ਮੈਂ ਆ। ਹੁਣ ਦੱਸ ਰਿਸ਼ਤਾ ਕਰਦੀ ਹੈ ਕਿ ਨਹੀਂ ਕਰਦੀ। ਤੇ ਉਹ ਮਾਂ ਕੋਲ ਹੁਣ ਲਫ਼ਜ਼ ਨਹੀਂ ਨਾ ਰਹੇ, ਵੀ ਕੋਈ ਹੋਰ ਹੁੰਦਾ ਤੇ ਸ਼ਾਇਦ ਇਨਕਾਰ ਕਰ ਦਿੰਦੀ। ਤੇ ਜੇ ਗੁਰੂ ਅਮਰਦਾਸ ਸਾਹਿਬ ਜੀ ਹੁਣ ਮਾਂ ਤੇ ਪਿਓ ਨੇ, ਮੈਨੂੰ ਕਿਸੇ ਹੋਰ ਦੀ ਲੋੜ ਵੀ ਨਹੀਂ ਹੈ, ਬੜੇ ਪਿਆਰ ਨਾਲ ਉਹਨਾਂ ਰਿਸ਼ਤਾ ਵੀ ਕੀਤਾ। ਮੱਥੋ ਤੇ ਮੁਰਾਰੀ ਦੀ ਜੋੜੀ ਵੀ ਬਣੀ, ਪਤੀ ਪਤਨੀ। ਤੇ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਉਹਨਾਂ ਨੂੰ ਇੱਕ ਮੰਜੀਦਾਰ ਬਣਾ ਕੇ ਥਾਪਿਆ ਗਿਆ, ਜਿਨ੍ਹਾਂ ਨੇ ਮੁੜ ਕੇ ਗੁਰਬਾਣੀ ਦਾ, ਗੁਰੂ ਕੀ ਸਿੱਖੀ ਦਾ ਆਪ ਪ੍ਰਚਾਰ ਕੀਤਾ। 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਮੱਥੋ ਤੇ ਮੁਰਾਰੀ ਕੋਲ ਹੈ। ਇੱਕ ਪੱਖ ਤੇ ਇਹ ਹੈ ਨਿਤਰਿਆਂ ਦੀ ਧਿਰ, ਦੂਜਾ ਪੱਖ ਨਿਆਸਰਿਆਂ ਦਾ ਆਸਰਾ। ਗੜ ਸ਼ੰਕਰ ਦੀ ਧਰਤੀ ਤੇ ਨਾ ਇੱਕ ਮਨੁੱਖ ਰਹਿੰਦਾ, ਗੰਗੂ ਖੱਤਰੀ। ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਮੈਂ ਲਫ਼ਜ਼ ਗੰਗੂ ਖੱਤਰੀ ਵਰਤ ਰਿਹਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਜਿਹੜਾ ਹੋਇਆ ਉਹਦੇ ਲਈ ਆਪਾਂ ਲਫ਼ਜ਼ ਗੰਗੂ ਬ੍ਰਾਹਮਣ ਵਰਤਦੇ ਹਾਂ। ਇਹ ਗੰਗੂ ਖੱਤਰੀ ਹੈ। ਇਹ ਬੜਾ ਸ਼ਾਹੂਕਾਰ ਹੈ, ਵੀ ਘਰਾਣਾ ਬਹੁਤ ਵੱਡਾ ਇਹਦਾ, ਐਡਾ ਕੁ ਵੱਡਾ ਵੀ ਲੋਕਾਂ ਨੂੰ ਆਪਣੇ ਕੋਲੋਂ ਧਨ ਦਿੰਦਾ ਕਰਜ਼ੇ ਦੇ ਉੱਤੇ ਵੀ ਲਓ। ਹੁਣ ਉਹ ਜਿਹੜਾ ਧਨ ਦਿੰਦਾ ਨਾ,
ਖੇਡ ਐਸੀ ਵਾਪਰੀ, ਕਲਾ ਐਸੀ ਵਾਪਰੀ ਵੀ ਲੋਕਾਂ ਨੇ ਦੱਬਣਾ ਸ਼ੁਰੂ ਕਰ ਲਿਆ, ਇਹਨੂੰ ਵਾਪਸ ਨਹੀਂ ਕਰਨਾ। ਹੌਲੀ 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 ਕੰਗਾਲਤਾ ਵੱਲੇ ਵੀ ਆ ਗਿਆ। ਇੰਨਾ ਕੁ ਕੰਗਾਲ ਹੋ ਗਿਆ ਵੀ ਮੰਗ ਕੇ ਖਾਣ ਤੱਕ ਮਜਬੂਰ ਹੋ ਗਿਆ। ਜਦੋਂ ਮੰਗ ਕੇ ਖਾਣ ਤੇ ਮਜਬੂਰ ਹੋਇਆ ਨਾ, ਗੁਰੂ ਅਮਰਦਾਸ ਸਾਹਿਬ ਦੇ ਘਰ ਦੀ ਸ਼ੋਭਾ ਸੁਣਦਾ, ਗੜ੍ਹ ਸ਼ੰਕਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚਦਾ। ਉੱਥੇ ਆ ਕੇ ਸਕੂਨ ਨਾਲ ਰਹਿਣ ਲੱਗ ਪਿਆ, ਸੇਵਾ ਕਰਨ ਲੱਗ ਪਿਆ। ਜਿੱਥੇ ਸੇਵਾ ਕਰਦਾ ਉੱਥੇ ਪ੍ਰਸ਼ਾਦਾ ਪਾਣੀ ਚੰਗਾ ਮਿਲਣ ਲੱਗ ਪਿਆ। ਪ੍ਰਸ਼ਾਦਾ ਪਾਣੀ ਚੰਗਾ ਮਿਲਿਆ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਵਰਤਾਈ, ਗੰਗੂ ਖੱਤਰੀ ਦਾ ਕਾਰੋਬਾਰ ਫਿਰ ਤੁਰ ਪਿਆ। ਜਦੋਂ ਫਿਰ ਤੁਰਿਆ ਨਾ, ਹੁਣ ਇਹ ਸੀ ਵੀ ਮੈਂ ਅਸਲ ਰਸੂਖ ਦੁਬਾਰਾ ਖੱਟਾਂ ਸਮਾਜ ਵਿੱਚ, ਫਿਰ ਦੁਬਾਰਾ ਮੇਰਾ ਉਸੇ ਤਰ੍ਹਾਂ ਦਾ ਅਸਲ ਰਸੂਖ ਬਣੇ ਵੀ ਮੈਂ ਬਹੁਤ ਵੱਡਾ ਆਦਮੀ ਬਣ ਜਾ। ਧਨ ਦੌਲਤ ਬਹੁਤ ਆ ਗਿਆ। ਇੱਕ ਨਵਾਬ ਵੱਲੋਂ ਨਾ 1 ਲੱਖ ਰੁਪਏ ਦੀ ਇੱਕ ਹੁੰਡੀ ਮੰਗੀ ਗਈ, ਜਿਹਨੂੰ ਅੱਜ ਦੀ ਭਾਸ਼ਾ 'ਚ ਕਹਾਂਗੇ ਵੀ ਚੈੱਕ ਮੰਗਿਆ ਗਿਆ। ਇੱਕੋ ਚੈੱਕ ਚਾਹੀਦਾ 1 ਲੱਖ ਰੁਪਏ ਦਾ। ਤੇ ਉਸ ਵਕਤ ਇਹ ਗੰਗੂ ਖੱਤਰੀ ਆਪ 1 ਲੱਖ ਦਾ ਚੈੱਕ ਕੱਟ ਕੇ ਤੇ ਉਸ ਨਵਾਬ ਨੂੰ ਦਿੰਦਾ। ਜਦੋਂ ਇਹਨੇ ਦਿੱਤਾ ਨਾ, ਕੰਗਾਲਤਾ ਵੱਲੋਂ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਧਨ ਵਾਲੇ ਪਾਸੇ ਹੋ ਗਿਆ, ਬੜਾ ਸ਼ਾਹੂਕਾਰ ਬਣ ਗਿਆ। ਹੁਣ ਉਹ 1 ਲੱਖ ਦਾ ਇਹਨੇ ਉਹਨੂੰ ਹੁੰਡੀ ਦਿੱਤੀ ਤੇ ਇਹਦਾ ਸਮਾਜ ਵਿੱਚ ਫੇਰ ਬੜੀ ਕਦਰ, ਫੇਰ ਬੜਾ ਮੁੱਲ ਬਣ ਗਿਆ ਇਹਦਾ। ਫੇਰ ਇਹਨੂੰ ਮਾਣ ਹੋ ਗਿਆ ਕਿ ਮੈਂ ਤੇ ਬੜੇ ਧਨ ਵਾਲਾ। ਸਤਿਗੁਰੂ ਨੇ ਫੇਰ ਪ੍ਰੀਖਿਆ ਲਈ। ਹੁਣ ਮਾਲਕ ਨੇ ਬੜਾ ਕੁਝ ਦਿੱਤਾ, ਪਹਿਲੋਂ ਸਿੱਖਿਆ ਦਿੱਤੀ, ਫਿਰ ਕੋਲੋਂ ਆਪ ਬਖਸ਼ਿਸ਼ਾਂ ਵਰਤਾਈਆਂ, ਇੰਨਾ ਧਨ ਦੌਲਤ ਰਹਿਮਤਾਂ ਦਿੱਤੀਆਂ। ਹੁਣ ਪ੍ਰੀਖਿਆ ਲੈਣੀ ਸੀ, ਮਾਲਕ ਨੇ ਪ੍ਰੀਖਿਆ ਪਾਈ। ਸਤਿਗੁਰੂ ਕੋਲ ਨਾ ਇੱਕ ਲੋੜਵੰਦ ਸਿੱਖ ਚੱਲ ਕੇ ਆਇਆ ਤੇ ਉਹ ਆ ਕੇ ਕਹਿੰਦਾ ਵੀ ਮਾਲਕ ਜੀ, ਲੜਕੀ ਦਾ ਵਿਆਹ ਹੈ ਤੇ ਸਹਾਇਤਾ ਕਰੋ। ਸਤਿਗੁਰੂ ਨੇ ਨਾ ਆਪਣੇ ਕੋਲੋਂ 50 ਰੁਪਈਆਂ ਦੀ ਹੁੰਡੀ ਲਿਖ ਕੇ ਦੇਤੀ ਵੀ ਜਾ ਕੇ ਨਾ ਗੰਗੂ ਖੱਤਰੀ ਕੋਲ ਲੈ ਜਾ ਤੇ ਉਹਦੇ ਕੋਲੋਂ ਲੈ ਆ। 50 ਰੁਪਏ ਉਹਦੇ ਕੋਲੋਂ ਲੈ ਆ। ਉਹ ਸਿੱਖ ਨੇ ਸਤਿਗੁਰੂ ਪਾਤਸ਼ਾਹ ਕੋਲੋਂ ਲਈ ਹੁੰਡੀ, ਲੈ ਕੇ ਗੰਗੂ ਖੱਤਰੀ ਕੋਲ ਆ ਗਿਆ। ਜਦੋਂ ਆ ਗਿਆ ਗੁਰੂ ਸਾਹਿਬ ਦੀ ਉਹ ਹੁੰਡੀ ਲੈ ਕੇ ਗੰਗੂ ਖੱਤਰੀ ਕੋਲ ਜ਼ਰੂਰਤਮੰਦ ਪਹੁੰਚਿਆ। ਉਹਨੇ ਜਾ ਕੇ ਉਹ ਹੁੰਡੀ ਵਿਖਾਈ। ਗੰਗੂ ਖੱਤਰੀ ਨੇ ਜਵਾਬ ਪਤਾ ਕੀ ਦਿੱਤਾ? ਗੁਰੂ ਦੇ ਖਾਤੇ ਵਿੱਚ ਤੇ ਹੈ ਹੀ ਕੁਛ ਨਹੀਂ। ਉਹਨੇ ਜਵਾਬ ਦਿੱਤਾ, ਗੁਰੂ ਦੇ ਖਾਤੇ 'ਚ ਕਹਿੰਦਾ ਕੁਝ ਨਹੀਂ ਹੈ। ਸਤਿਗੁਰੂ ਨੇ ਹੁੰਡੀ ਦਿੱਤੀ ਸੀ ਆਪਣੇ ਨਾਮ ਦੀ, ਵੀ ਜਾ ਕੇ ਉਹਦੇ ਕੋਲੋਂ ਲੈ ਲਾ। ਅੱਗੋਂ ਉਹਨੇ ਜਵਾਬ ਦੇਤਾ, ਕਹਿੰਦਾ ਵੀ ਗੁਰੂ ਦੇ ਖਾਤੇ 'ਚ ਤੇ ਹੈ ਹੀ ਕੁਛ ਨਹੀਂ। ਜਦੋਂ ਵਾਪਸ ਆਇਆ ਨਾ, ਸਤਿਗੁਰੂ ਨੂੰ ਆ ਕੇ ਦੱਸਿਆ ਵੀ ਮਾਲਕ ਜੀ ਉਹਨੇ ਆਹ ਜਵਾਬ ਦਿੱਤਾ ਜੀ। ਗੁਰੂ ਸਾਹਿਬ ਨੇ ਨਾ ਸਹਿਜ ਸੁਭਾਅ ਜਿਹੜੇ ਉੱਥੇ ਲਫ਼ਜ਼ ਵਰਤੇ ਵੀ ਧਨ ਦਾ ਇਹ ਨਿਯਮ ਹੈ ਜਾਂ ਧਨ ਵਿੱਚ ਇਹ ਗੁਣ ਹੈ ਵੀ ਜਿਹਦੇ ਕੋਲ ਆ ਜਾਂਦਾ ਨਾ, ਅਕਸਰ ਉਹਦੀ ਮੱਤ ਫਿਰ ਜਾਂਦੀ ਆ, ਉਹ ਹੰਕਾਰੀ ਹੋ ਜਾਂਦਾ। ਇਦਾਂ ਲਫ਼ਜ਼ ਗੁਰੂ ਸਾਹਿਬ ਨੇ ਵਰਤੇ। ਹੁਣ ਕਲਾ ਵਾਹਿਗੁਰੂ ਦੀ, ਕਲਾ ਗੁਰੂ ਅਮਰਦਾਸ ਸਾਹਿਬ ਦੀ, ਕੌਤਕ ਰੱਬ ਦਾ, ਐਸਾ ਕੌਤਕ ਵਰਤਿਆ, ਫਿਰ ਨੀਚੇ ਜਾਣ ਲੱਗ ਪਿਆ। ਸ਼ਾਹੂਕਾਰੀ ਵਾਲੇ ਪਾਸਿਓਂ ਫਿਰ ਕੰਗਾਲਤਾ ਵੱਲ, ਕੰਗਾਲ ਹੋ ਗਿਆ। ਫਿਰ ਚੇਤਾ ਆਇਆ ਗੁਰੂ ਅਮਰਦਾਸ ਸਾਹਿਬ ਦਾ। ਹੁਣ ਜਦੋਂ ਗੁਰੂ ਅਮਰਦਾਸ ਦਾ ਚੇਤਾ ਆਇਆ, ਹੁਣ ਮਾਲਕ ਨੇ ਮੱਥੇ ਨਾ ਲਾਇਆ, ਗੁਰੂ ਸਾਹਿਬ ਨੇ ਮੱਥੇ ਹੀ ਨਾ ਲਾਇਆ, ਦਰਸ਼ਨ ਹੀ ਨਾ ਦਿੱਤੇ, ਬੁਲਾਇਆ ਵੀ ਨਹੀਂ ਕੋਲੇ। ਹੁਣ ਉਹ ਗੰਗੂ ਖੱਤਰੀ ਕੀ ਕਰਦਾ? ਰੋਜ਼ ਲੰਗਰ ਦੀ ਸੇਵਾ ਵੀ ਕਰਦਾ, ਰੋਜ਼ ਜਿੰਨੀ ਸੇਵਾ ਹੋ ਸਕਦੀ, ਪਾਣੀ ਢੋਣ ਦੀ ਸੇਵਾ ਵੀ ਕਰਦਾ, ਗੁਰੂ ਘਰ ਵਿੱਚ ਪੱਖਾ ਚੱਲਣ ਦੀ ਸੇਵਾ, ਬੜੀਆਂ ਸੇਵਾਵਾਂ, ਜੋੜੇ ਝਾੜਨ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ, ਹਰ ਤਰ੍ਹਾਂ ਦੀ ਸੇਵਾ ਉਹ ਕਰਨ ਲੱਗ ਪਿਆ ਤੇ ਬੜੇ ਤਨ ਤੇ ਮਨ ਨਾਲ ਕਰਨ ਲੱਗਾ। ਇਤਿਹਾਸਕਾਰ ਲਿਖਦਾ ਵੀ ਸਤਿਗੁਰੂ ਅਮਰਦਾਸ ਸਾਹਿਬ ਨੇ ਵੀ ਉਹਨਾਂ ਚਿਰ ਸੱਦਿਆ ਨਹੀਂ ਜਿੰਨਾ ਚਿਰ ਗੰਗੂ ਖੱਤਰੀ ਦੇ ਮਨ ਦੇ ਹੰਕਾਰ ਦੀ ਮੈਲ ਲੱਥ ਨਹੀਂ ਗਈ। ਮਾਲਕ ਨੇ ਵੀ ਬੁਲਾਇਆ ਹੀ ਨਹੀਂ, ਦਰਸ਼ਨ ਹੀ ਨਹੀਂ ਦਿੱਤੇ ਸਤਿਗੁਰੂ ਨੇ। ਸੇਵਾ ਕਰਦਾ ਰਿਹਾ, ਸਮਾਂ ਕਾਫੀ ਗੁਜ਼ਰ ਗਿਆ।
ਜਿਸ ਦਿਨ ਮਨ ਬਿਲਕੁਲ ਸ਼ੁੱਧ ਤੇ ਸਪਸ਼ਟ ਹੋ ਗਿਆ ਨਾ, ਮੈਲ ਰਹਿਤ ਹੋ ਗਿਆ, ਉਦਣ ਗੁਰੂ ਅਮਰਦਾਸ ਨੇ ਆਪ ਆਵਾਜ਼ ਮਾਰ ਕੇ ਸੱਦਿਆ ਵੀ ਸੱਦ ਕੇ ਲਿਆਓ ਗੰਗੂ ਖੱਤਰੀ ਨੂੰ। ਸਤਿਗੁਰੂ ਨੇ ਕਿਰਪਾ ਕੀਤੀ, ਫਿਰ ਬਖਸ਼ਿਸ਼ਾਂ ਝੋਲੀ ਵਿੱਚ ਪਾਈਆਂ। ਜਿੱਥੇ ਅਸਲ ਰਸੂਖ ਬਖਸ਼ਿਸ਼ ਕੀਤਾ ਨਾ, ਉੱਥੇ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਗੰਗੂ ਖੱਤਰੀ ਕੋਲ ਹੈ। ਸਤਿਗੁਰੂ ਪ੍ਰਚਾਰਕ ਬਣਾ ਕੇ ਥਾਪਦੇ ਵੀ ਸੱਜਣਾ, ਅੱਜ ਤੋਂ ਬਾਅਦ ਹੁਣ ਤੇਰੀ ਜ਼ਿੰਮੇਵਾਰੀ ਵੀ ਹੈ, ਤੂੰ ਗੁਰਬਾਣੀ ਦਾ ਪ੍ਰਚਾਰ ਕਰਨਾ, ਤੂੰ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ। ਤੇ ਉਹ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਕਮਾਉਂਦਾ ਹੋਇਆ ਮੰਜੀਦਾਰ ਬਣ ਕੇ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਦਾ ਪ੍ਰਚਾਰ ਕਰਦਾ। ਗੁਰੂ ਅਮਰਦਾਸ ਸਾਹਿਬ ਨੇ ਆਸਰਾਂ ਦੇ ਆਸਰੇ ਨੇ। ਜਿਹਨੂੰ ਕੋਈ ਸਮਾਜ ਤੇ ਨਾ ਰੱਖੇ, ਜੇ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਚੱਲ ਕੇ ਆ ਜਾਏ ਤੇ ਕਦੇ ਧੱਕੇ ਨਹੀਂ ਵੱਜੇ। ਮਤਲਬ ਗੁਰੂ ਨਾਨਕ ਦੇ ਘਰ ਵਿੱਚ ਚੱਲ ਕੇ ਆ ਜਾਏ ਤੇ ਉਹਨੂੰ ਕਦੇ ਧੱਕੇ ਨਹੀਂ ਵੱਜੇ। ਗੁਰੂ ਨਾਨਕ ਦਾ ਘਰ ਉਹਨਾਂ ਨੂੰ ਸੰਭਾਲਦਾ ਜਿਨ੍ਹਾਂ ਨੂੰ ਸੰਸਾਰ ਧਕੇਲ ਦਿੰਦਾ ਹੈ। ਤੇ ਚੇਤੇ ਰੱਖਿਓ, ਬਾਬੇ ਨਾਨਕ ਦਾ ਘਰ ਸਮਾਜ ਦੇ ਧਕੇਲਿਆਂ ਹੋਇਆਂ ਨੂੰ ਸੰਭਾਲਦਾ ਜੇ, ਸਮਾਜ ਦੇ ਦੁਰਕਾਰੇ ਹੋਇਆਂ ਨੂੰ ਸੰਭਾਲ ਲੈਂਦਾ ਹੈ। ਪਰ ਜਿਹੜਾ ਗੁਰੂ ਨਾਨਕ ਦੇ ਘਰ ਵੱਲੋਂ ਧਕੇਲਿਆ ਜਾਏ ਨਾ, ਉਹਨੂੰ ਸਮਾਜ ਨਹੀਂ ਜੇ ਸੰਭਾਲ ਸਕਦਾ, ਉਹਨੂੰ ਸਮਾਜ ਨਹੀਂ ਜੇ ਰੱਖ ਸਕਦਾ, ਕੋਈ ਜਿੰਨਾ ਮਰਜ਼ੀ ਯਤਨ ਕਰ ਲੈ, ਕਿਉਂਕਿ ਉਹ ਗੁਰੂ ਨਾਨਕ ਵੱਲੋਂ ਦੁਰਕਾਰਿਆ। ਜਿਹੜਾ ਗੁਰੂ ਨਾਨਕ ਦੇ ਘਰ ਵੱਲੋਂ ਦੁਰਕਾਰਿਆ ਜਾਏ, ਵੈਸੇ ਤੇ ਬਹੁਤ ਘੱਟ ਇਸ ਤਰ੍ਹਾਂ ਦੀ ਬਾਤ ਹੈ ਕਿ ਗੁਰੂ ਨਾਨਕ ਦੇ ਘਰ ਚੋਂ ਕੋਈ ਦੁਰਕਾਰਿਆ ਜਾਵੇ, ਕੋਈ ਫਿਟਕਾਰਿਆ ਜਾਵੇ। ਪਰ ਜੇ ਗੁਰੂ ਨਾਨਕ ਦੇ ਘਰ ਚੋਂ ਦੁਰਕਾਰਿਆ ਜਾਂਦਾ, ਜੇ ਸਮਾਜ ਕੀ ਧਰਤੀ ਤੇ ਆਕਾਸ਼ ਵੀ ਉਹਨੂੰ ਰੱਖਣ ਨੂੰ ਤਿਆਰ ਨਹੀਂ ਜੇ ਹੁੰਦੇ। ਸਮਾਜ ਦੀ ਤੇ ਗੱਲ ਹੀ ਇੱਕ ਪਾਸੇ ਕਰ ਦਿਓ, ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ, ਜਿਹੜੇ ਫਿਟਕਾਰੇ ਗਏ ਕਿੰਨਾ ਕੁ ਚਿਰ ਰਹੇ। ਨਾ ਧਰਤੀ ਨੇ ਝੱਲਿਆ, ਨਾ ਆਕਾਸ਼ ਨੇ ਝੱਲਿਆ, ਸੰਸਾਰ ਤੋਂ ਜਾਣਾ ਹੀ ਪਿਆ। ਸਤਿਗੁਰੂ ਅਮਰਦਾਸ ਸਾਹਿਬ ਲਈ ਲਫ਼ਜ਼ ਵਰਤੇ ਹੋਏ ਵੀ ਨਿਧਰਿਆਂ ਦੀ ਧਰ ਨੇ, ਨਿਆਸਰਿਆਂ ਦੇ ਆਸਰੇ ਨੇ। ਐਸੇ ਦੀਨ ਦਿਆਲ ਮਾਲਕ ਜੀ ਦਾ ਅੱਜ ਆਪਾਂ ਜੋਤੀ ਜੋਤ ਸਮਾਉਣ ਦਾ ਪੁਰਬ ਜਿਹੜਾ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਆਪਾਂ ਮਨਾ ਰਹੇ ਹਾਂ। ਖੈਰ, ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਅੱਜ ਭੱਟ ਜੀ ਨੇ ਲਫ਼ਜ਼ ਵਰਤੇ, ਕਹਿੰਦੇ ਗੁਰ ਕਹਿਆ ਮਾਨ ਨਿਜ ਨਿਧਾਨ। ਮੇਰੇ ਮਨਾ, ਗੁਰੂ ਦੇ ਕਹੇ ਹੋਏ ਨੂੰ ਮੰਨ, ਕਿਉਂਕਿ ਇਹੀ ਤੇਰਾ ਨਿੱਜੀ ਖਜ਼ਾਨਾ, ਨਿਜ ਨਿਧਾਨ ਹੈ। ਸੱਚ ਜਾਣ, ਸੱਚ ਕਰਕੇ ਜਾਣ। ਮੰਤਰ ਇਹ ਹੈ, ਇਹੋ ਮੰਤਰ ਹੈ ਕਿ ਗੁਰੂ ਦੇ ਉਪਦੇਸ਼ ਨੂੰ ਕਮਾ ਲੈ। ਨਿਸਬਾਸੁਰ ਹੋਏ ਕਲਿਆਣ, ਤੇਰਾ ਕਲਿਆਣ, ਤੇਰਾ ਭਲਾ ਹੋਵੇਗਾ। ਲਹੈ ਪਰਮਗਤ ਜੀਓ, ਤੇ ਉੱਚੀ ਅਵਸਥਾ ਤੈਨੂੰ ਮਿਲ ਜਾਵੇਗੀ। ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਓ ਛਾੜ ਤੋਹ। ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ। ਮੇਰੇ ਮਨਾ, ਕਾਮ ਕ੍ਰੋਧ ਲੋਭ ਮੋਹ ਜਣ ਜਣ ਸਿਓ ਛਾੜ ਧੋ। ਮਨਾ ਕਾਮ ਵੀ ਛੱਡ ਦੇ, ਕ੍ਰੋਧ ਵੀ ਛੱਡ ਦੇ, ਲੋਭ ਵੀ ਛੱਡ ਦੇ, ਮੋਹ ਵੀ ਛੱਡ ਦੇ। ਜਿੱਥੇ ਇਹਨਾਂ ਨੂੰ ਛੱਡਣਾ ਨਾ, ਉੱਥੇ ਖਿਆਲ ਰੱਖ ਜਣ ਜਣ ਸਿਓ ਛਾੜ ਧੋ। ਜਿਹੜਾ ਜਣੇ ਖਣੇ ਨਾਲ ਹੀ ਧੋਖੇ ਤੇ ਫਰੇਬ ਕਰੀ ਜਾਂਦੇ ਨਾ, ਮਨਾ ਉਹ ਵੀ ਛੱਡ ਦੇ। ਕਿੱਡਾ ਫਰੇਬੀ ਹੈ ਮਨ, ਕਿਸੇ ਨੂੰ ਨਹੀਂ ਬਖਸ਼ਦਾ। ਹਰ ਇੱਕ ਨਾਲ ਧੋਖਾ, ਹਰ ਇੱਕ ਨਾਲ ਫਰੇਬ। ਮਨਾ ਜਿਹੜਾ ਹਰ ਇੱਕ ਨਾਲ ਫਰੇਬ ਕਰ ਰਹੇ ਹਨ, ਜਣੇ ਖਣੇ ਨਾਲ ਹੀ ਧੋਖਾ ਕਮਾਈ ਜਾਂਦੇ, ਫਰੇਬ ਕਰੀ ਜਾਂਦਾ, ਉਹ ਫਰੇਬ ਕਰਨੇ ਛੱਡ ਦੇ। ਜਣ ਜਣ ਸਿਓ ਛਾੜ ਧੋ। ਹਉਮੈ ਕਾ ਫੰਦ ਕਾਟ। ਮਨਾ ਜਿਹੜੀ ਗਲ 'ਚ ਫਾਹੀ ਪਾ ਕੇ ਬੈਠਾ ਹਉਮੈ ਦੀ, ਉਹ ਫਾਹੀ ਵੀ ਕੱਟ ਦੇ। ਤੇ ਕਰ ਕੀ ਸਾਧ ਸੰਗ ਰਤ ਜੀਓ। ਕਿਤੇ ਸਾਧ ਸੰਗ ਕਰਨ ਦੀ ਜਾਚ ਸਿੱਖ ਲਾ, ਕਿਤੇ ਗੁਰੂ ਦੇ ਸੰਗ ਵਿੱਚ ਰਤਿਆ ਜਾਓ। ਦੇਹ ਕੇਹ ਤ੍ਰਿਆ ਸਨੇਹ ਚਿਤ ਬਿਲਾਸ ਜਗਤ ਇਹ। ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ। ਫਿਰ ਦੇਹ ਗੇਹ ਤ੍ਰਿਆ ਸਨੇਹ, ਸਰੀਰ ਦਾ ਮੋਹ, ਘਰ ਦਾ ਮੋਹ, ਪਰਿਵਾਰ ਦਾ ਮੋਹ। ਕੀ ਹੈ? ਚਿੱਤ ਬਿਲਾਸ ਜਗਤ ਇਹ। ਜਗਤ ਦੇ ਜਿੰਨੇ ਵੀ ਕੌਤਕ ਨੇ ਨਾ, ਸਾਰੇ ਦੇ ਸਾਰੇ ਮਨ ਪਰਚਾਵੇ ਵਾਸਤੇ ਨੇ।
ਸਿਰਫ ਮਨ ਦੇ ਪਰਚਾਵੇ ਲਈ, ਚਾਹੇ ਘਰ ਦੀ ਗੱਲ ਕਰ ਲਓ, ਚਾਹੇ ਦੇਹੀ ਦੀ ਗੱਲ ਕਰ ਲਓ, ਚਾਹੇ ਪਰਿਵਾਰ ਦੀ ਗੱਲ ਕਰ ਲਈਏ, ਤੇ ਭਾਵੇਂ ਕਿਸੇ ਹੋਰ ਵਸਤੂ ਦੀ, ਪਦਾਰਥਾਂ ਦੀ ਗੱਲ ਕਰ ਲਈਏ, ਸਾਰੇ ਮਨ ਪਰਚਾਵੇ ਲਈ ਨੇ। ਤੇ ਤੂੰ ਮਨਾ ਇਹ ਕਰ, ਚਰਨ ਕਮਲ ਸਦਾ ਸਿਓ, ਇਹਨੂੰ ਛੱਡ ਦੇ। ਜਿਹੜਾ ਜਗਤ ਪਰਚਾਵਾ ਨਾ, ਜਗਤ ਪਰਚਾਵਾ ਛੱਡ ਕੇ, ਮਨ ਦਾ ਪਰਚਾਵਾ ਛੱਡ ਕੇ ਮਨਾ, ਤੂੰ ਏਦਾਂ ਕਰ, ਇਹ ਸਾਰੇ ਦਾ ਸਾਰਾ ਕੁਝ ਛੱਡ ਕੇ ਚਰਨ ਕਮਲਾਂ ਦੇ ਨਾਲ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਆਪਣਾ ਪ੍ਰੇਮ ਪਾਲਾ। ਚਰਨ ਕਮਲ ਸਿਓ, ਉਹਦੇ ਚਰਨਾਂ ਨੂੰ ਸੇਵ, ਦ੍ਰਿੜਤਾ ਕਰ ਮਤ ਜੀਓ। ਇਹ ਦ੍ਰਿੜਤਾ ਆਪਣੇ ਵਿੱਚ ਧਾਰਨ ਕਰ ਲਾ, ਇਹ ਦ੍ਰਿੜ ਆਪਣੀ ਮਤ ਵਿੱਚ ਕਰ ਲਾ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਨੂੰ ਸੇਵਣਾ ਹੈ। ਬਾਕੀ ਜਿੰਨੇ ਜਗਤ ਦੇ ਸਾਰੇ ਪਦਾਰਥ ਨੇ, ਵਸਤੂਆਂ ਨੇ, ਇਹ ਸਿਰਫ ਮਨ ਪਰਚਾਵੇ ਲਈ ਹੈ, ਇਹਨਾਂ ਕੋਲੋਂ ਮਿਲਣਾ ਕੁਝ ਨਹੀਂ। ਇਸ ਲਈ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੀ ਆਰਾਧਨਾ ਕਰਨੀ ਮਨਾ ਸ਼ੁਰੂ ਕਰ ਦੇ। ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਯੰਦ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਭੱਟ ਗਿਆੰਦ ਜੀ ਕਹਿੰਦੇ ਮਨਾ ਨਾਮ ਸਾਰ ਹੀ ਇਹ ਤਾਰ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਨਾਮ ਹੈ ਬੜਾ ਸ੍ਰੇਸ਼ਟ ਹੈ, ਇਸ ਲਈ ਆਪਣੇ ਹਿਰਦੇ 'ਚ ਧਾਰਨ ਕਰ। ਤਜ ਵਿਕਾਰ ਮਨਾ ਵਿਕਾਰ ਛੱਡ ਦੇ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਉਹ ਗੁਰੂ ਸਾਹਿਬ ਸਦੀਵ ਰਹਿਣ ਵਾਲੇ, ਸਦਾ ਅਟਲ ਰਹਿਣ ਵਾਲੇ ਨੇ। ਮਨਾ ਇਸ ਲਈ ਉਸ ਗੁਰੂ ਨੂੰ ਸੇਵਿਆ ਕਰ, ਗੁਰੂ ਦੀ ਆਰਾਧਨਾ ਕਰਿਆ ਕਰ। ਸਤਿਗੁਰੂ ਅੱਗੇ ਹਰ ਵਕਤ ਅਰਦਾਸ ਰਜ਼ੋਈ ਜਿਹੜੀ ਉਹ ਕਰਦੇ ਰਿਹਾ ਕਰੋ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ। ਮਲਕ ਪਾਤਸ਼ਾਹ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਦਾ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਯੰਦ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।